ਸਤਿ ਸ਼੍ਰੀ ਅਕਾਲ ਬੱਚਿਓ, ਕੀ ਹਾਲ ਨੇ ਸਾਰਿਆਂ ਦੇ। ਉਮੀਦ ਕਰਦਾ ਸਹੀ ਠੀਕ ਹੋਵੋਗੇ ਸਾਰੇ। ਦੇਖੋ ਜੀ, ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਆਧੁਨਿਕ ਇਤਿਹਾਸ ਦੇ ਮਹੱਤਵਪੂਰਨ ਤੱਤਾਂ ਬਾਰੇ। ਠੀਕ ਹੈ ਜੀ, ਇਹ ਸੈੱਟ ਨੰਬਰ ਹੈਗਾ ਆਪਣਾ 10ਵਾਂ। ਠੀਕ ਹੈ ਜੀ, ਸੈੱਟ ਨੰਬਰ 10ਵਾਂ। ਅਤੇ ਕੱਲ੍ਹ ਸ਼ਾਇਦ ਆਪਾਂ ਉਹਦੇ ਸੈੱਟ ਪਿਆ ਨਹੀਂ ਸੀ, 10ਵਾਂ ਸੈੱਟ ਸੀ। ਇਹ ਤੁਸੀਂ ਦੇਖ ਲਓ, ਬਸ 2-3 ਲੈਕਚਰ ਹੋਰ ਲੱਗਣਗੇ ਬਸ ਹਿਸਟਰੀ ਦੇ, ਅਤੇ ਇਸ ਤੋਂ ਬਾਅਦ ਇਹ ਹਿਸਟਰੀ ਕੰਪਲੀਟ ਹੋ ਜੂ। ਪ੍ਰਾਚੀਨ ਹਿਸਟਰੀ ਦਾ ਕੋਈ ਬੜਾ ਸਿਲੇਬਸ ਹੈ ਨਹੀਂ। ਪ੍ਰਾਚੀਨ ਹਿਸਟਰੀ ਦੇ ਆਪਾਂ 6-7 ਲੈਕਚਰਾਂ ਦੇ ਵਿੱਚ ਹੀ ਸਾਰਾ ਨਿਬੇੜ ਦਾਂਗੇ। ਇਸ ਤੋਂ ਬਾਅਦ ਆਪਾਂ ਪੋਲੀਟੀ ਸ਼ੁਰੂ ਕਰ ਲਈਏ, ਫਿਰ ਆਪਣੀ ਹਿਸਟਰੀ ਕਵਰ ਹੋ ਜੂਗੀ। ਅਤੇ ਹਿਸਟਰੀ ਦੇ ਵਿੱਚ ਕੋਈ ਗੁੰਜਾਇਸ਼ ਨਹੀਂ ਹੈਗੀ ਕਿ ਜੇ ਕੋਈ ਪ੍ਰਸ਼ਨ ਆਊਗਾ ਤਾਂ ਆਪਾਂ ਨੂੰ ਆਊਗਾ ਨਹੀਂ ਉਹ। ਠੀਕ ਹੈ, ਪੇਪਰ ਦੇ ਵਿੱਚ। ਦੇਖੋ ਅੱਜ ਮਹੱਤਵਪੂਰਨ ਇਹ ਨਾਅਰੇ ਇਹਨਾਂ ਦੇ। ਠੀਕ ਹੈ ਬੱਚਿਓ, ਇਹ ਜਿਹੜੇ ਨਾਅਰੇ ਕਿਹੜੇ ਨਾਅਰੇ ਦਿੱਤੇ ਹੈਗੇ, ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਫਲਾਨਾ ਜਿੰਦਾਬਾਦ ਮੁਰਦਾਬਾਦ ਕਰੀ ਜਾਂਦੇ ਹੁੰਦੇ ਆਪਾਂ। ਠੀਕ ਹੈ, ਉਹ ਨਾਅਰਿਆਂ ਦੀ ਗੱਲ ਚੱਲ ਰਹੀ ਹੈ ਅੱਜ। ਦੇਖੋ ਕਿਹੜੇ ਨਾਅਰੇ ਦਿੱਤੇ ਆ। ਦੇਖੋ ਸਭ ਤੋਂ ਪਹਿਲਾਂ ਨਾਅਰਾ ਹੈਗਾ ਜੈ ਜਵਾਨ ਜੈ ਕਿਸਾਨ। ਪ੍ਰਸ਼ਨ ਪੁੱਛਣ ਦੇ ਫੁੱਲ ਚਾਂਸ ਹੈ, ਮਹੱਤਵਪੂਰਨ ਨੇ ਪੂਰੇ ਜੀ। ਜੈ ਜਵਾਨ ਜੈ ਕਿਸਾਨ, ਇਹ ਨਾਅਰਾ ਕਿਸ ਨੇ ਦਿੱਤਾ ਸੀ? ਦੇਖੋ ਜੈ ਜਵਾਨ ਜੈ ਕਿਸਾਨ ਇਹ ਨਾਅਰਾ ਦਿੱਤਾ ਸੀ ਜੀ ਆਪਣੇ ਲਾਲ ਬਹਾਦਰ ਸ਼ਾਸਤਰੀ ਜੀ ਨੇ। ਕਦੋਂ ਦਿੱਤਾ ਸੀ? ਜਦੋਂ 1965 ਦੀ ਜੰਗ ਲੱਗੀ ਸੀ। ਆਪਣੇ 2 ਜੰਗਾਂ ਹੋਈਆਂ ਸੀ, ਇੱਕ 63 ਦੀ ਜੰਗ ਸੀ, 62 ਦੀ ਸੀ, ਪਤਾ ਨਹੀਂ 62 ਦੀ ਸੀ ਸ਼ਾਇਦ, ਇੱਕ 65 ਦੀ ਸੀ। ਜਿਹੜੀ 62 ਵਾਲਾ ਸੀ ਉਹ ਯੁੱਧ ਤਾਂ ਆਪਣਾ ਹੋਇਆ ਸੀ ਆਪਣਾ ਚਾਈਨਾ ਨਾਲ, ਅਤੇ 65 ਵਾਲਾ ਹੋਇਆ ਸੀ ਆਪਣਾ ਪਾਕਿਸਤਾਨ ਨਾਲ। ਬਹੁਤ ਵੱਡੀਆਂ ਜੰਗਾਂ ਸੀ ਅਤੇ ਬਹੁਤ ਉਦੋਂ ਦੀ ਇਕੋਨੋਮੀ ਸੀ ਜਿਹੜੀ ਖਤਮ ਹੋਈ ਆਪਣੀ, ਹਜੇ ਤੱਕ ਨਹੀਂ ਸਹੀ ਹੋਈ। ਠੀਕ ਹੈ ਨਾ। ਅਤੇ ਜੈ ਜਵਾਨ ਜੈ ਕਿਸਾਨ ਜਿਹੜਾ ਨਾਅਰਾ ਸੀ ਇੱਕ ਨੇ ਦਿੱਤਾ ਸੀ ਜੀ ਆਪਣੇ ਲਾਲ ਬਹਾਦਰ ਸ਼ਾਸਤਰੀ ਜੀ ਨੇ ਇਹ ਨਾਅਰਾ ਦਿੱਤਾ ਸੀ। ਯਾਦ ਰੱਖਣਾ, ਬਹੁਤ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਇਹ। ਠੀਕ ਹੈ, ਇਸ ਤੋਂ ਬਾਅਦ ਗੱਲ ਆ ਗਈ ਜੀ ਮਾਰੋ ਫਰੰਗੀ ਨੂੰ। ਮਾਰੋ ਫਰੰਗੀ ਕੋ, ਇਹ ਕਿਸ ਨੇ ਕਿਹਾ ਸੀ? ਇਹ ਕਿਹਾ ਸੀ ਜੀ ਮੰਗਲ ਪਾਂਡੇ ਨੇ। ਹੁਣ ਮੰਗਲ ਪਾਂਡੇ ਦੀ ਗੱਲ ਚੱਲ ਪਈ। ਮੰਗਲ ਪਾਂਡੇ ਨੇ 1757 ਦੇ ਵਿੱਚ ਬੈਰਕਪੁਰ ਛਾਉਣੀ ਤੋਂ ਵਿਦਰੋਹ ਸ਼ੁਰੂ ਕੀਤਾ ਸੀ। ਕਿਉਂ ਸ਼ੁਰੂ ਕੀਤਾ ਸੀ? 1857 ਦੇ ਵਿਦਰੋਹ ਦਾ ਪਹਿਲਾ ਸ਼ਹੀਦ ਵੀ ਕੌਣ ਹੈ? ਮੰਗਲ ਪਾਂਡੇ ਜੀ। ਠੀਕ ਹੈ, 1857 ਈਸਵੀ ਦੇ ਵਿਦਰੋਹ ਦਾ, ਅਤੇ ਪਹਿਲਾ ਸ਼ਹੀਦ ਹੋਣ ਕਰਕੇ ਇਹਨੇ ਮਤਲਬ ਕੀ ਵਿਰੋਧ ਕੀਤਾ ਸੀ? ਇਹਨੇ ਵਿਰੋਧ ਕੀਤਾ ਸੀ ਚਰਬੀ ਵਾਲੇ ਕਾਰਤੂਸਾਂ ਦਾ। ਕਿ ਜਿਹੜੇ ਚਰਬੀ ਵਾਲੇ ਕਾਰਤੂਸ ਹੈ, ਜਿਹੜੇ ਗਾਂ ਅਤੇ ਸੂਰ ਦੇ ਮਾਸ ਦੇ ਬਣੇ ਹੁੰਦੇ ਸੀ, ਉਹ ਚਲਾਉਣ ਤੋਂ ਪਹਿਲਾਂ, ਰਾਫਲ ਦੇ ਵਿੱਚ ਪਾਉਣ ਤੋਂ ਪਹਿਲਾਂ ਉਹਨਾਂ ਨੂੰ ਮੂੰਹ ਨਾਲ ਛਿੱਲਣਾ ਪੈਂਦਾ ਹੁੰਦਾ ਸੀ। ਠੀਕ ਹੈ, ਮੂੰਹ ਨਾਲ ਛਿੱਲਣ ਕਰਕੇ ਜਿਹੜੇ ਆਪਣੇ ਧਾਰਮਿਕ ਬਿਰਤੀ ਵਾਲੇ ਲੋਕ ਸੀ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ। ਭਾਵਨਾਵਾਂ ਨੂੰ ਠੇਸ ਪਹੁੰਚਣ ਕਰਕੇ ਉਹਨਾਂ ਨੇ ਆਪਦਾ ਵਿਦਰੋਹ ਸ਼ੁਰੂ ਕਰਤਾ, ਜਿਹਦੇ ਕਰਕੇ ਮਤਲਬ ਆਜ਼ਾਦੀ ਆਪਾਂ ਨੂੰ ਉਹਦੀ ਮਿਲ ਜਾਣੀ ਸੀ। 1857 ਦੇ ਵਿੱਚ ਆਜ਼ਾਦੀ ਮਿਲ ਜਾਣੀ ਸੀ। ਪਰ ਇਹਦੇ ਵਿੱਚ ਕੀ ਹੋਇਆ, ਥੋੜ੍ਹੇ ਜਿਹੇ ਗਦਾਰ ਸੀ। ਇਹਦੇ ਵਿੱਚ ਗਦਾਰ ਤਾਂ ਤੁਹਾਨੂੰ ਪਤਾ ਹੀ ਹੈ ਕੌਮਾਂ ਦੇ ਵਿੱਚ ਸ਼ੁਰੂ ਤੋਂ ਹੁੰਦੇ ਆਏ ਆ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਉਹਨੇ ਗੰਗੂ ਨੇ ਮਾਰਤਾ ਸੀ। ਠੀਕ ਹੈ, ਸ਼ਹੀਦ ਕਰਵਾਤਾ ਸੀ। ਉਵੇਂ ਜਿਵੇਂ ਜਿਹੜੇ ਇਹ ਗਦਾਰ ਆ ਨਾ, ਗਦਾਰਾਂ ਕਰਕੇ ਜਿਹੜੀ ਆਪਣੀ ਆਜ਼ਾਦੀ ਸੀ ਇਹ 100 ਸਾਲ ਲੇਟ ਹੋ ਗਈ ਸੀ, ਗਦਾਰ ਬੰਦਿਆਂ ਕਰਕੇ। ਠੀਕ ਹੈ, ਅਤੇ ਮਾਰੋ ਫਰੰਗੀ ਕੋ ਕਿਹਨੇ ਕਿਹਾ ਸੀ? ਮੰਗਲ ਪਾਂਡੇ ਨੇ ਕਿਹਾ ਸੀ। ਅਤੇ ਪਹਿਲਾ ਸ਼ਹੀਦ 1857 ਈਸਵੀ ਦੇ ਵਿਦਰੋਹ ਦਾ, ਅਤੇ ਇਹਨੇ 1857 ਈਸਵੀ ਦਾ ਵਿਦਰੋਹ ਬੈਰਕਪੁਰ ਛਾਉਣੀ ਤੋਂ ਕੌਣ ਲੀਡ ਕਰ ਰਿਹਾ ਸੀ? ਮੰਗਲ ਪਾਂਡੇ। ਬਾਅਦ ਵਿੱਚ ਇਹਨੂੰ ਫਾਂਸੀ ਦੇ ਦਿੱਤੀ ਸੀ। ਠੀਕ ਹੈ, ਕਰ ਮੱਤ ਦੋ ਦਾ ਕੀ ਮਤਲਬ ਹੈ ਜੀ? ਕਿ ਕਰ ਮੱਤ ਦੋ ਦਾ ਮਤਲਬ ਹੈਗਾ ਗਾ ਟੈਕਸ ਮੱਤ ਦੋ, ਕਿ ਟੈਕਸ ਨਾ ਦਿਓ। ਬਦਰੌਲੀ ਨਹੀਂ ਗਏ ਸੀ ਜਦੋਂ ਇਹ ਬਦਰੌਲੀ ਸੱਤਿਆਗ੍ਰਹਿ ਦੇ ਵਿੱਚ ਗਏ ਸੀ, ਜਦੋਂ ਵੱਲਭ ਭਾਈ ਪਟੇਲ ਜਿਹਨਾਂ ਨੂੰ ਸਰਦਾਰ ਦੀ ਉਪਾਧੀ ਦਿੱਤੀ ਵੀ ਹੈ, ਉੱਥੇ ਜਾ ਕੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਸੀਂ ਅੰਗਰੇਜ਼ਾਂ ਨੂੰ ਕਰ ਨਹੀਂ ਦੇਣਾ। ਜੇਕਰ ਤੁਹਾਡੇ ਕੋਲ ਫਸਲ ਨਹੀਂ ਹੁੰਦੀ ਤਾਂ ਤੁਸੀਂ ਆਪਦੇ ਪੱਲਿਓਂ ਜਿਹੜੀ ਤੁਹਾਡੇ ਕੋਲ ਦੂਜੇ ਤੀਜੇ ਹਿੱਸੇ ਦੀ ਕਣਕ ਹੈਗੀ ਉਹ ਵੀ ਵੇਚ ਕੇ ਤੁਸੀਂ ਟੈਕਸ ਨਹੀਂ ਦੇਣਾ, ਤੁਸੀਂ ਉਹਨਾਂ ਦਾ ਵਿਰੋਧ ਕਰੋ। ਅਤੇ ਉਹਨਾਂ ਦੀ ਸਪੋਰਟ ਕਰਨ ਵਾਸਤੇ ਸਰਦਾਰ ਵੱਲਭ ਭਾਈ ਪਟੇਲ ਬਦਰੌਲੀ ਗਏ ਸੀ, ਅਤੇ ਉੱਥੇ ਉਹਨਾਂ ਦੇ ਸੱਤਿਆਗ੍ਰਹਿ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਸੀ, ਅਤੇ ਉੱਥੇ ਉਹਨਾਂ ਨੇ ਇਹ ਨਾਅਰਾ ਲਾਇਆ ਸੀ ਕਰ ਮੱਤ ਦੋ। ਇਸ ਤੋਂ ਬਾਅਦ ਸੰਪੂਰਨ ਕ੍ਰਾਂਤੀ ਦਾ ਨਾਅਰਾ ਕਿਹਨੇ ਲਾਇਆ ਸੀ? ਸੰਪੂਰਨ ਕ੍ਰਾਂਤੀ ਦਾ ਨਾਅਰਾ ਲਾਇਆ ਸੀ ਜੀ ਜੈ ਪ੍ਰਕਾਸ਼ ਨਾਰਾਇਣ ਨੇ। ਦੇਖੋ ਟ੍ਰਿਕ ਨਾਲ ਯਾਦ ਕਰ ਲਓ, ਜਦੋਂ ਆਪਾਂ ਨੂੰ ਕੋਈ ਸੰਪੂਰਨ ਕ੍ਰਾਂਤੀ ਮਿਲ ਜੂਗੀ ਕਿਸੇ ਚੀਜ਼ ਦੇ ਵਿੱਚ ਆਪਾਂ ਉਹ ਬੰਦੇ ਦੀ ਜੈ ਕਰਾਂਗੇ। ਠੀਕ ਹੈ, ਜੈ ਪ੍ਰਕਾਸ਼ ਨਾਰਾਇਣ। ਇਸ ਤੋਂ ਬਾਅਦ 5ਵਾਂ ਆ ਗਿਆ ਬੰਦੇ ਮਾਤਰਮ ਗੀਤ ਵੀ ਹੈ ਅਤੇ ਇੱਕ ਨਾਅਰਾ ਵੀ ਸੀ। ਠੀਕ ਹੈ, ਦੋਨਾਂ ਦੇ ਵਿੱਚ ਉਲਝਣਾ ਨਹੀਂ, ਦੋਨੇ ਚੀਜ਼ਾਂ ਸੇਮ ਹੀ ਹੈ। ਜੇ ਬੰਦੇ ਮਾਤਰਮ ਗੀਤ ਪੁੱਛ ਲਿਆ ਉਹ ਵੀ ਬਿਕਰਮ ਚੰਦਰ ਜੀ ਨੇ ਹੈ, ਜੇ ਨਾਅਰਾ ਪੁੱਛ ਲਿਆ ਤਾਂ ਉਹ ਵੀ ਬਿਕਰਮ ਚੰਦਰ ਜੈਟਰ ਜੀ ਨੇ ਹੈ। ਜਨ ਗਣ ਮਨ ਰਵਿੰਦਰਨਾਥ ਟੈਗੋਰ ਨੇ। ਠੀਕ ਹੈ, ਹੁਣ ਮੈਨੂੰ ਅੱਧੇ ਬੱਚੇ ਦੱਸ ਦਿਓ ਸਾਨੂੰ। ਚੱਲ ਬੰਦੇ ਮਾਤਰਮ ਬਾਰੇ ਚਰਚਾ ਕਰ ਲੈਂਦੇ ਹਾਂ। ਬੰਦੇ ਮਾਤਰਮ ਕਿਹਨੇ ਗਾਇਆ ਸੀ? ਬਿਕਰਮ ਚੈਟਰ ਜੀ ਨੇ। ਕਦੋਂ ਗਾਇਆ ਸੀ? 1896 ਦੇ ਸੈਸ਼ਨ ਦੇ ਵਿੱਚ। ਜਨ ਗਣ ਮਨ ਕਦੋਂ ਗਾਇਆ ਸੀ? 1911 ਦੇ INC ਦੇ ਸੈਸ਼ਨ ਦੇ ਵਿੱਚ। ਦੋਨੇ ਇਹ INC ਦੇ ਸੈਸ਼ਨ ਦੇ ਵਿੱਚ ਗਾਏ ਗਏ ਸੀ ਗੀਤ। ਇਹ ਜਿਹੜਾ ਜਨ ਗਣ ਮਨ ਗੀਤ ਹੈ ਜੀ, ਇਹਦਾ ਪਹਿਲਾ ਨਾਮ ਕੀ ਸੀ? ਭਾਰਤ ਵਿਧਾਤਾ ਇਹਦਾ ਪਹਿਲਾ ਨਾਮ ਹੁੰਦਾ ਸੀ। ਕਿ ਉਹ ਡਾਇਰੈਕਟ ਕੁਐਸਚਨ ਪੁੱਛਿਆ ਜਾਂਦਾ ਕਿ ਜਨ ਗਣ ਮਨ ਜਿਹੜਾ ਆਪਣਾ ਰਾਸ਼ਟਰੀ ਗਾਨ ਹੈ, ਇਹ ਗੀਤ ਨਹੀਂ ਹੈਗਾ। ਗੀਤ ਦਾ ਹੈਗਾ ਆਪਣਾ ਆਹਾ। ਠੀਕ ਹੈ, ਅਤੇ ਗਾਣ ਬੱਚੋ ਹੈਗਾ ਆਪਣਾ ਆਹਾ। ਅਤੇ ਇਹਦਾ ਪੁਰਾਣਾ ਨਾਮ ਕੀ ਸੀ? ਭਾਰਤ ਵਿਧਾਤਾ।
ਓਕੇ। ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਲੈ ਕੇ ਰਹਾਂਗਾ। ਇਹ ਗੱਲ ਕਿਹਨੇ ਕਹੀ ਸੀ? ਗੰਗਾਧਰ ਤਿਲਕ ਨੇ ਕਹੀ ਸੀ। ਗੰਗਾਧਰ ਤਿਲਕ ਕਿਹੜੇ ਧੜੇ ਦੇ ਮਾਲਕ ਸੀ? ਇਹ ਹੈਗੇ ਸੀ ਜੀ ਗਰਮ ਧੜੇ ਦੇ, ਗਰਮ ਧੜੇ ਵਾਲੇ ਸੀ। ਠੀਕ ਹੈ ਜੀ। ਦੂਸਰੀ ਗੱਲ, ਗੰਗਾਧਰ ਤਿਲਕ ਗਰਮ ਧੜੇ ਦੇ ਸੀ। ਇੱਕ ਗੰਗਾਧਰ ਤਿਲਕ ਜੀ ਬਾਰੇ ਮੈਨੂੰ ਹੋਰ ਦੱਸ ਦਿਓ ਕਿ ਜਿਹੜੇ ਗਰਮ ਧੜਾ ਤੇ ਨਰਮ ਧੜਾ ਬਣੇ ਸੀ, ਕਦੋਂ ਬਣੇ ਸੀ? ਦੇਖੋ ਜੀ, ਗਰਮ ਧੜਾ ਤੇ ਨਰਮ ਧੜਾ ਬਣੇ ਸੀ 1907 ਦੇ ਵਿੱਚ, ਸ਼ਾਇਦ ਸੂਰਤ ਵਿਭਾਜਨ ਹੋਇਆ ਸੀ। ਠੀਕ ਹੈ ਨਾ, ਉਦੋਂ ਬਣੇ ਸੀ। ਠੀਕ ਹੈ ਜੀ, ਸੂਰਤ ਵਿਭਾਜਨ ਦੇ ਟਾਈਮ। ਇਸ ਤੋਂ ਬਾਅਦ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹ ਕਿਹਨੇ ਕਿਹਾ ਸੀ ਜੀ? ਇਹ ਕਿਹਾ ਸੀ ਮੁਹੰਮਦ ਇਕਬਾਲ ਨੇ। ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਇਸ ਤੋਂ ਬਾਅਦ ਆ ਗਿਆ ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ। ਇਹ ਗੱਲ ਤਾਂ ਆਪਾਂ ਸ਼ੁਰੂ ਤੋਂ ਪੜ੍ਹਦੇ ਹੋਣੇ, ਨਿੱਕੇ ਜਿਹੇ ਹੁੰਦੇ ਤੋਂ ਜ਼ਿਆਦਾ ਗੱਲ ਤਾਂ ਮੇਰੇ, ਜਦੋਂ ਆਪਾਂ ਸਕੂਲਾਂ ਦੇ ਵਿੱਚ ਹੁੰਦੇ ਸੀ ਨਾ, ਉਦੋਂ ਆਪਾਂ ਨੂੰ ਪ੍ਰੇਸ਼ਨ ਆਉਂਦਾ ਹੁੰਦਾ ਸੀ ਆਜ਼ਾਦ ਹਿੰਦ ਫੌਜ ਦੀ ਸਥਾਪਨਾ ਨਾਲ ਆਪਣੇ ਕੋਲ ਚੈਪਟਰ ਆਉਂਦਾ ਹੁੰਦਾ ਸੀ ਹਿਸਟਰੀ ਦੇ ਵਿੱਚ। ਤੁਮ ਮੁਝੇ ਖੂਨ ਦੋ ਮੈਂ ਤੁਮੇ ਆਜ਼ਾਦੀ ਦੂੰਗਾ, ਕਿਹਨੇ ਕਹੀ ਸੀ ਜੀ ਗੱਲ? ਸੁਭਾਸ਼ ਚੰਦਰ ਬੋਸ ਨੇ ਕਹੀ ਸੀ। ਸੁਭਾਸ਼ ਚੰਦਰ ਬੋਸ ਨੇ INC ਦੇ ਪਦ ਤੋਂ ਅਸਤੀਫਾ ਦਿੱਤਾ ਸੀ। ਪਹਿਲਾ INC ਦਾ ਪ੍ਰਧਾਨ ਹੈ ਜਿਹਨੇ ਅਸਤੀਫਾ ਦਿੱਤਾ ਸੀ 1939 ਦੇ ਵਿੱਚ, ਇਹਨਾਂ ਨੇ ਅਸਤੀਫਾ ਦਿੱਤਾ ਸੀ। ਇਸ ਤੋਂ ਬਾਅਦ ਇਹਨਾਂ ਨੇ ਕੀ ਬਣਾਇਆ ਸੀ? ਫਾਰਵਰਡ ਬਲੌਗ ਦੀ ਸਥਾਪਨਾ। ਆਹ ਡੇਟ ਸ਼ਾਇਦ ਮੈਨੂੰ ਥੋੜ੍ਹੀ ਜਿਹੀ ਕਨਫਿਊਜ਼ਨ ਇਹਦੇ ਵਿੱਚ, ਤੁਸੀਂ ਨਾ ਯਾਦ ਕਰੋ। ਇਹਨੇ INC ਦੇ ਪਦ ਤੋਂ ਅਸਤੀਫਾ ਦਿੱਤਾ ਸੀ। ਠੀਕ ਹੈ। ਅਤੇ INC ਦੇ ਪਦ ਤੋਂ ਅਸਤੀਫਾ ਦੇ ਕੇ ਇਹਨਾਂ ਨੇ ਫਾਰਵਰਡ ਬਲੌਕ ਦੀ ਸਥਾਪਨਾ ਕੀਤੀ ਸੀ। ਠੀਕ ਹੈ ਜੀ, ਸਿੰਗਾਪੁਰ ਦੇ ਵਿੱਚ। ਇਸ ਤੋਂ ਬਾਅਦ ਆ ਗਿਆ ਸਾਈਮਨ ਕਮਿਸ਼ਨ ਵਾਪਸ ਜਾਓ। ਇਹ ਗੱਲ ਕਿਹਨੇ ਕਹੀ ਸੀ? ਦੇਖੋ, ਇਹ ਗੱਲ ਦਾ ਸਭ ਤੋਂ ਵੱਧ ਸੰਬੰਧ ਹੈਗਾ ਗਾ 1928 ਦੇ ਵਿੱਚ। ਕੀ ਹੋਇਆ ਸੀ? ਸਾਈਮਨ ਕਮਿਸ਼ਨ ਜਿਹੜਾ ਆਇਆ ਸੀ, ਉਹਦਾ ਵਿਰੋਧ ਕਿਉਂ ਕੀਤਾ ਸੀ? ਉਹਨੂੰ ਵਾਈਟਮੈਨ ਕਮਿਸ਼ਨ ਵੀ ਕਿਹਾ ਜਾਂਦਾ। ਉਹਦਾ ਵਿਦਰੋਹ ਕੀਤਾ ਸੀ ਲਾਲਾ ਲਾਜਪਤ ਰਾਏ ਨੇ, ਕਿਉਂਕਿ 1919 ਦੀ ਜਿਹੜੀ ਘਟਨਾ ਹੋਈ ਸੀ ਜਲ੍ਹਿਆਂਵਾਲੇ ਬਾਗ ਦੀ, ਉਹਦੀ ਰਿਪੋਰਟ ਲੈ ਕੇ ਆਏ ਸੀ। ਉਹਦੀ ਰਿਪੋਰਟ ਸੀ ਜਿਹੜੀ, ਉਹ ਸਿਰਫ ਅੰਗਰੇਜ਼ਾਂ ਦੇ ਹੱਕ ਵਿੱਚ ਹੀ ਸੀ, ਭਾਰਤੀਆਂ ਦੇ ਹੱਕ ਵਿੱਚ ਨਹੀਂ ਸੀ। ਤਾਂ ਕਰਕੇ ਜਦੋਂ ਖਫਾ ਹੋ ਕੇ ਆਪਣੇ ਲਾਲਾ ਲਾਜਪਤ ਰਾਏ ਜੀ ਨੇ ਉਹਦਾ ਵਿਰੋਧ ਕੀਤਾ ਅਤੇ ਕਿਹਾ ਕਿ ਸਾਈਮਨ ਕਮਿਸ਼ਨ ਵਾਪਸ ਜਾਓ। ਇਹ ਨਾਰਾ ਕਿਹਨੇ ਲਾਇਆ ਸੀ ਜੀ? ਇਹ ਲਾਇਆ ਸੀ ਲਾਲਾ ਲਾਜਪਤ ਰਾਏ ਜੀ ਨੇ। ਅਤੇ ਲਾਲਾ ਲਾਜਪਤ ਰਾਏ ਜੀ ਉੱਥੇ ਸ਼ਹੀਦ ਕਰਤੇ ਸੀ। ਸ਼ਹੀਦ ਕਿਹਨੇ ਕੀਤੇ ਸੀ? ਲਾਠੀਆਂ ਮਾਰ ਮਾਰ ਕੇ ਸਾਡਰਸ ਨੇ। ਅਤੇ ਸਾਡਰਸ ਨੂੰ ਕਿਹਨੇ ਮਾਰਿਆ ਸੀ ਜੀ? ਭਗਤ ਸਿੰਘ ਨੇ। ਓਕੇ ਜੀ। ਇਸ ਤੋਂ ਬਾਅਦ ਆ ਗਿਆ ਹੂ ਲਾਈਵਸ ਇਫ ਇੰਡੀਆ ਡਾਈਡ। ਠੀਕ ਹੈ, ਹੂ ਲਾਈਵਸ, ਜਿੰਦਾ ਤਾਂ ਹਾਂ ਪਰ ਇੰਡੀਅਨ ਲੋਕ ਮਰੇ ਹੋਏ ਨੇ। ਠੀਕ ਹੈ, ਜਿਉਂਦੇ ਹੀ ਮਰੇ ਹੋਏ ਹਨ। ਜੇ ਬੰਦੇ ਦੇਖਿਆ ਨਹੀਂ ਤੁਸੀਂ ਕਿ ਜਦੋਂ ਕਿਸੇ ਅਣਖ ਦੀ ਗੱਲ ਹੁੰਦੀ ਹੈ ਨਾ, ਜਦੋਂ ਕਿਤੇ ਆਪਣੀ ਪੰਜਾਬ ਵਾਸਤੇ ਜਾਂ ਭਾਰਤ ਵਾਸਤੇ ਕੁਛ ਕਰਨ ਦੀ ਗੱਲ ਹੋ ਜਾਂਦੀ ਹੈ, ਉਦੋਂ ਜਿਉਂਦੇ ਤਾਂ ਬਹੁਤ ਲੋਕ ਹੁੰਦੇ ਆ, ਤੁਰੇ ਤਾਂ ਬਹੁਤ ਲੋਕ ਫਿਰਦੇ ਹੁੰਦੇ ਆ, ਪਰ ਹੱਕ ਦੇ ਵਿੱਚ ਨਾ ਕੋਈ ਹੱਕ ਵਾਸਤੇ ਬਿਰਲਾ ਬਿਰਲੀ ਖੜ੍ਹਦਾ ਹੁੰਦਾ। ਠੀਕ ਹੈ, ਕਿਸੇ ਦੀ ਮਦਦ ਕਰਨ ਵਾਸਤੇ ਨਾ ਕੋਈ ਬਿਰਲਾ ਬਿਰਲੀ ਖੜ੍ਹਦਾ ਹੁੰਦਾ। ਅੱਜ ਦੇ ਟਾਈਮ ਦੇ ਵਿੱਚ ਹਰੇਕ ਬੰਦੇ ਨੂੰ ਕੀ ਹੈ? ਆਪਦੇ ਤੱਕ ਮਤਲਬ ਹੈਗਾ। ਠੀਕ ਹੈ, ਕਿ ਮੇਰਾ ਆਹ ਨਾ ਹੋ ਜੇ, ਮੇਰਾ ਆਹ ਨਾ ਹੋ ਜੇ, ਮੇਰਾ ਨੁਕਸਾਨ ਨਾ ਹੋ ਜੇ। ਪਰ ਇੱਕ ਗੱਲ ਸਮਝੇ ਕਿ ਅੱਜ ਕੱਲ੍ਹ ਕਿਸੇ ਦੇ ਹੱਕ ਵਿੱਚ ਖੜ੍ਹਨ ਦਾ ਟਾਈਮ ਰਿਹਾ ਵੀ ਨਹੀਂ, ਪਰ ਜਿਹੜਾ ਬੰਦਾ ਸਹੀ ਹੈ ਉਹਦੇ ਹੱਕ 'ਚ ਜ਼ਰੂਰ ਖੜੋ। ਠੀਕ ਹੈ ਜੀ। ਅਤੇ ਹੂ ਲਾਈਵਸ ਇਨ ਇੰਡੀਆ ਡਾਈਡ, ਇੰਡੀਆ ਜਿਉਂਦੇ ਹੋਏ ਵੀ ਕਿਉਂ ਮਰਿਆ ਹੋਇਆ? ਠੀਕ ਹੈ, ਜਵਾਹਰ ਲਾਲ ਨਹਿਰੂ ਨੇ ਲਿਖੀ ਸੀ, ਨਾਰਾ ਲਾਇਆ ਸੀ। ਠੀਕ ਹੈ, ਹੂ ਲਾਈਵਸ ਇਨ ਇੰਡੀਆ ਡਾਈਡ। ਇਹ ਪਿਛਲੇ ਪੁੱਛਣ ਦੇ ਚਾਂਸ ਹੈ ਜਵਾਹਰ ਲਾਲ ਨਹਿਰੂ ਬਾਰੇ। ਜਵਾਹਰ ਲਾਲ ਨਹਿਰੂ ਕੌਣ ਸੀ ਆਪਣਾ? ਪਹਿਲਾ ਦੱਸੋ ਜੀ, ਤੁਸੀਂ ਦੱਸਣਾ। ਰਾਸ਼ਟਰਪਤੀ ਸੀ ਜਾਂ ਪ੍ਰਧਾਨ ਮੰਤਰੀ ਸੀ? ਤੁਸੀਂ ਦੱਸੋ। ਠੀਕ ਹੈ, ਇੰਨਾ ਤੁਹਾਨੂੰ ਪੜ੍ਹਵਾਤਾ ਹਜੇ ਤੱਕ। ਇਹ ਚੀਜ਼ ਦੱਸੋ ਮੈਨੂੰ ਕਨਫਰਮ ਕਰਕੇ। ਮੇਰੇ ਸਿਰ 'ਤੇ ਪਰ ਲਾਠੀ ਕਾ ਇੱਕ ਪਹਾੜ, ਕਿ ਮੇਰੇ ਸਿਰ 'ਤੇ ਜਿਹੜੀ ਲਾਠੀ ਵੱਜੀ ਉਹਦਾ ਇੱਕ ਇੱਕ ਜਿਹੜਾ ਉਹਨਾਂ ਨੇ ਹਮਲਾ ਕੀਤਾ, ਉਹ ਅੰਗਰੇਜ਼ੀ ਸ਼ਾਸਨ ਦਾ ਜਿਹੜਾ ਤਬੂਤ ਹੈ। ਤਬੂਤ ਉਹ ਹੁੰਦਾ ਗਾ ਜਦੋਂ ਕੋਈ ਬੰਦਾ ਮਰ ਜਾਂਦਾ, ਮੁਸਲਮਾਨ ਨੇ ਉਹਨੂੰ ਮਤਲਬ ਆਪਣੇ ਮੁਸਲਮਾਨ ਦਾ ਸੱਚ ਕਬਰ 'ਚ ਦਬਾਉਂਦੇ ਆ। ਈਸਾਈ ਹੁੰਦੇ ਜਿਹੜੇ, ਈਸਾਈ ਨੇ ਇੱਕ ਤਬੂਤ ਬਣਾਇਆ ਵਾ ਹੁੰਦਾ ਇਹ, ਉਹਦੇ ਵਿੱਚ ਬੰਦੇ ਨੂੰ ਪਾ ਕੇ ਉੱਤੋਂ ਨੱਪ ਕੇ ਮਤਲਬ ਧਰਤੀ ਦੇ ਵਿੱਚ ਨੱਪ ਦਿੰਦੇ ਆ। ਠੀਕ ਹੈ, ਉੱਤੇ ਉਹਦਾ ਨਿਸ਼ਾਨ ਜਿਹਾ ਲਾ ਦਿੰਦੇ ਟੀ ਦਾ, ਸੂਮ ਸੀ ਦਾ ਜਿਹੜਾ ਨਿਸ਼ਾਨ ਹੁੰਦਾ। ਤਾਂ ਜਿਹੜਾ ਉਹਨਾਂ ਦਾ ਅੰਗਰੇਜ਼ੀ ਸ਼ਾਸਨ ਦਾ ਜਿਹੜਾ ਤਬੂਤ ਹੈ, ਉਹਦੇ 'ਤੇ ਕਿੱਲ ਵਾਂਗੂ ਸਾਬਤ ਹੋਊਗਾ। ਠੀਕ ਹੈ, ਇਹ ਗੱਲ ਕਿਹਨੇ ਕਿਉਂਕਿ ਲਾਠੀਆਂ ਕਿਹਦੇ ਸਿਰ 'ਚ ਵੱਜੀਆਂ ਸੀ? ਲਾਲਾ ਲਾਜਪਤ ਰਾਏ ਦੇ ਸਿਰ 'ਚ ਵੱਜੀਆਂ ਸੀ। ਠੀਕ ਹੈ ਨਾ। ਜਦੋਂ ਆਪਾਂ ਕਿਸੇ ਚੀਜ਼ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਦੇ ਨਾ ਬੱਚੋ, ਉਹ ਚੀਜ਼ ਮੱਲੋ ਮੱਲੀ ਯਾਦ ਰਹਿ ਜਾਂਦੀ। ਮੇਰਾ ਹੁਣ ਤੱਕ ਐਕਸਪੀਰੀਅੰਸ ਇਹ ਰਿਹਾ ਹੈਗਾ। ਠੀਕ ਹੈ ਜੀ। ਇਸ ਤੋਂ ਬਾਅਦ ਮੁਸਲਮਾਨ ਪਾਗਲ ਥੇ ਜੋ ਉਹਨਾਂ ਦੀ ਸੁਰੱਖਿਆ ਦੀ ਮੰਗ ਕੀਤੀ, ਅਤੇ ਭਾਰਤੀ ਉਸ ਤੋਂ ਵੀ ਮੂਰਖ ਸਨ ਜਿਨ੍ਹਾਂ ਨੇ ਉਹਨਾਂ ਦੀ ਮੰਗ ਠੁਕਰਾ ਦਿੱਤੀ। ਇਹ ਪ੍ਰਸ਼ਨ ਜ਼ਿਆਦਾ ਸਮਝ ਦੀ ਲੋੜ ਨਹੀਂ, ਇਹ ਪੇਪਰ ਦੇ ਵਿੱਚ ਆਉਣ ਦੇ ਚਾਂਸ ਹੈਗੇ, ਕਿਉਂਕਿ ਅਬਦੁਲ ਕਲਾਮ ਜੀ ਨਾਲ ਕੋਈ ਵੀ ਰਿਲੇਟਡ ਚੀਜ਼ ਆ ਉਹ ਤੁਸੀਂ ਮਿਸ ਨਹੀਂ ਕਰਨੀ। ਠੀਕ ਹੈ ਜੀ, ਅਬਦੁਲ ਕਲਾਮ ਜੀ ਨੇ ਇਹ ਗੱਲ ਕਹੀ ਸੀ। ਇਸ ਤੋਂ ਬਾਅਦ ਗੱਲ ਆ ਗਈ ਜੀ ਆਪਣੀਆਂ ਮਹੱਤਵਪੂਰਨ ਕਿਤਾਬਾਂ। ਇਹਦੇ ਵਿੱਚੋਂ ਵੀ ਪ੍ਰਸ਼ਨ ਆ ਸਕਦਾ, ਮਹੱਤਵਪੂਰਨ ਕਿਤਾਬਾਂ ਦੇ ਵਿੱਚੋਂ ਪ੍ਰਸ਼ਨ ਆਉਣ ਦੇ ਫੁੱਲ ਚਾਂਸ ਹੁੰਦੇ ਨੇ। ਠੀਕ ਹੈ ਜੀ। ਅਤੇ
ਅੱਜ ਆਪਣਾ ਜਿਹੜਾ ਰੀਜ਼ਨਿੰਗ ਦਾ ਲੈਕਚਰ ਉਹ ਥੋੜ੍ਹਾ ਜਿਹਾ ਲੇਟ ਲੱਗੂਗਾ। ਅੱਜ ਮੈਂ ਤੁਹਾਨੂੰ ਜਲਦੀ ਇਹਦਾ ਦੇ ਦਿੰਦਾ, ਅਤੇ ਅੱਗੇ ਪਿੱਛੇ ਹੋ ਜਾਂਦਾ, ਕੋਈ ਚੱਕਰ ਵਾਲੀ ਗੱਲ ਨਹੀਂ, ਬਸ ਤੁਹਾਨੂੰ ਲੈਕਚਰ ਮਿਲ ਜਾ ਕਰੂ ਡੇਲੀ, ਚੱਕਰ ਵਾਲੀ ਗੱਲ ਨਹੀਂ ਹੁੰਦੀ ਕੋਈ। ਦੇਖੋ, ਕੇਸਰੀ ਦਾ ਮਰਾਠਾ, ਕੇਸਰੀ ਕਿਤਾਬ ਸੀ, ਇੱਕ ਦਾ ਮਰਾਠਾ ਸੀ, ਇੱਕ ਗੀਤਾ ਰਹੱਸ ਸੀ, ਠੀਕ ਹੈ। ਕੇਸਰੀ ਮਰਾਠਾ ਗੀਤਾ ਰਹੱਸ ਕਿਹਨੇ ਲਿਖੀ ਸੀ ਜੀ? ਬਾਲ ਗੰਗਾਧਰ ਤਿਲਕ ਨੇ। ਜੇ ਤੁਸੀਂ ਕੋਈ ਚੀਜ਼ ਪੜ੍ਹਦੇ ਹੋ ਨਾ, ਨਾਲ ਜੋੜ ਲਿਆ ਕਰੋਗੇ ਗੰਗਾਧਰ ਤਿਲਕ ਕੌਣ ਸੀ, ਗੰਗਾਧਰ ਤਿਲਕ ਕਿਹੜੀ ਪਾਰਟੀ ਨਾਲ ਸੰਬੰਧਿਤ ਸੀ, ਕਿਹੜੇ ਧੜੇ ਨਾਲ ਸੰਬੰਧਿਤ ਸੀ, ਠੀਕ ਹੈ ਜੀ। ਗੰਗਾਧਰ ਤਿਲਕ ਨੇ ਕਿਹੜੇ ਕਿਹੜੇ ਨਾਅਰੇ ਲਾਏ ਸੀ। ਨਾਲ ਨਾ ਇਹ ਹੁੰਦਾ ਕਨੈਕਟਿਵ ਮੈਥਡ। ਦੇਖੋ, 2 ਮੈਥਡ ਹੁੰਦੇ ਬੱਚੇ, ਇੱਕ ਤਾਂ ਆਪਾਂ ਮਤਲਬ ਸਿੱਧਾ ਪੜ੍ਹ ਲਿਆ ਕੇਸਰੀ ਕਿਹਦੀ ਬੁੱਕ ਆਪਾਂ ਗੰਗਾਧਰ ਤਿਲਕ ਦੀ, ਇੱਕ ਹੁੰਦਾ ਕਨੈਕਟਿੰਗ ਮੈਥਡ। ਕਨੈਕਟਿੰਗ ਮੈਥਡ ਕੀ ਹੁੰਦਾ ਉਹ ਦੇਖੋ, ਜਿਹੜਾ ਪੜ੍ਹਾਉਣਾ ਹੁੰਦਾ, ਤੁਹਾਨੂੰ ਕਿਉਂ ਪਸੰਦ ਆ ਰਿਹਾ ਮੇਰਾ ਪੜ੍ਹਾਉਣਾ? ਉਹ ਤਾਂ ਪਸੰਦ ਆਇਆ ਮੇਰਾ ਮੈਥਡ ਹੈਗਾ ਕਨੈਕਟਿੰਗ। ਮੈਂ ਸ਼ੁਰੂ ਤੋਂ ਜਦੋਂ ਵੀ ਪੜ੍ਹਦਾ ਹਾਂ, ਵੀ ਜਦੋਂ ਮੈਂ ਸਟੱਡੀ ਕਰਦਾ ਹੁੰਦਾ, ਕਨੈਕਟਿੰਗ ਮੈਥਡ ਨਾਲ ਚੀਜ਼ ਪੜ੍ਹਦਾ ਹੁੰਦਾ। ਮਤਲਬ ਮੈਨੂੰ ਕੋਈ ਚੀਜ਼ ਆ ਗਈ, ਸਮਝ ਲਓ ਕਿ ਮੈਨੂੰ ਜਵਾਹਰ ਲਾਲ ਨਹਿਰੂ ਬਾਰੇ ਚੀਜ਼ ਆ ਗਈ, ਠੀਕ ਹੈ। ਮੈਂ ਨਾਲ ਦੀ ਨਾਲ ਮੇਰੇ ਦਿਮਾਗ 'ਚ ਆਊਗੀ ਜਵਾਹਰ ਲਾਲ ਨਹਿਰੂ ਨੇ ਕਿਹੜੇ ਕਿਹੜੇ ਨਾਅਰੇ ਲਾਏ ਸੀ, ਠੀਕ ਹੈ। ਆਰਾਮ ਹਰਾਮ ਹੈ ਨਾਅਰਾ ਕਦੋਂ ਲਾਇਆ ਸੀ? 1942 ਦੇ ਵਿੱਚ ਲਾਇਆ ਸੀ। ਕਿਉਂ ਲਾਇਆ ਸੀ? ਉਦੋਂ ਭਾਰਤ ਛੱਡੋ ਅੰਦੋਲਨ ਚੱਲਿਆ ਸੀ, ਠੀਕ ਹੈ ਜੀ। ਅਤੇ ਇੱਕ ਪੂਰਨ ਸਵਰਾਜ ਦੀ ਮੰਗ ਕਿਹਨੇ ਕੀਤੀ ਸੀ? ਜਵਾਹਰ ਲਾਲ ਨਹਿਰੂ ਨੇ ਮੰਗ ਕੀਤੀ ਸੀ, ਮਤਾ ਪਾਇਆ ਸੀ ਇਹਨਾਂ ਨੇ, ਠੀਕ ਹੈ। ਪਹਿਲਾ ਪ੍ਰਧਾਨ ਮੰਤਰੀ ਕੌਣ? ਆਪਣਾ ਜਵਾਹਰ ਲਾਲ ਨਹਿਰੂ, ਠੀਕ ਹੈ। ਆਹ ਚੀਜ਼ਾਂ ਹੁੰਦੀਆਂ ਕਨੈਕਟਿਵ ਮੈਥਡ ਦੇ ਨਾਲ ਚੀਜ਼ਾਂ ਪੜ੍ਹੋ, ਉਹਦੇ ਨਾਲ ਨਾ ਮਤਲਬ ਇੱਕ ਚੀਜ਼ ਦਾ ਚੰਗੀ ਤਰ੍ਹਾਂ ਕਹਿੰਦੇ ਹੁੰਦੇ ਜਲੂਸ ਕੱਢ ਦਿਓ ਚੀਜ਼ ਦਾ ਚੰਗੀ ਤਰ੍ਹਾਂ। ਇਹ ਹੁੰਦਾ ਕਨੈਕਟਿਵ ਮੈਥਡ, ਠੀਕ ਹੈ। ਕੇਸਰੀ ਦਾ ਮਰਾਠਾ ਅਤੇ ਗੀਤਾ ਰਹੱਸ ਬੁੱਕਾਂ ਕਿਹੜੀਆਂ ਲਿਖੀਆਂ ਹੋਈਆਂ ਜੀ? ਬਾਲ ਗੰਗਾਧਰ ਤਿਲਕ ਦੀਆਂ। ਕਿਹੜੇ ਧੜੇ ਨਾਲ ਸੰਬੰਧਿਤ ਸੀ? ਗਰਮ ਧੜੇ ਨਾਲ। ਧੜੇ ਕਦੋਂ ਵੰਡੇ ਗਏ ਸੀ? ਜਦੋਂ INC 2 ਭਾਗਾਂ ਦੇ ਵਿੱਚ ਵੰਡੀ ਗਈ ਸੀ ਤਾਂ 2 ਧੜੇ ਬਣ ਗਏ ਸੀ, ਇੱਕ ਗਰਮ ਧੜਾ, ਇੱਕ ਨਰਮ ਧੜਾ। ਨਰਮ ਧੜੇ ਦਾ ਮੁਖੀ ਕੌਣ ਸੀ? ਕ੍ਰਿਸ਼ਨ ਗੋਖਲੇ। ਅਤੇ ਗਰਮ ਧੜੇ ਦਾ ਕੌਣ ਸੀ? ਗੰਗਾਧਰ ਤਿਲਕ। ਲਾਲ ਲਾਜਪਤ ਰਾਏ ਵੀ ਇਹਨਾਂ ਦੇ ਨਾਲ ਹੀ ਸੀ, ਠੀਕ ਹੈ। ਇਸ ਤੋਂ ਬਾਅਦ ਲੀਡਰ ਬੁੱਕ ਸੀ, ਇੱਕ ਬੁੱਕ ਸੀ ਹਿੰਦੁਸਤਾਨ। ਇੱਕ ਕਿਹੜੀ ਬੁੱਕ ਸੀ ਬੱਚੋ? ਲੀਡਰ ਸੀ। ਇੱਕ ਬੁੱਕ ਹੈਗੀ ਸੀ ਹਿੰਦੁਸਤਾਨ। ਇਹ ਕਿਹਦੀ ਰਚਨਾ ਜੀ? ਇਹ ਹੈਗੀ ਆ ਮਦਨ ਮੋਹਨ ਮਾਲਵੀਆ, ਮਦਨ ਮੋਹਨ ਮਾਲਵੀਆ ਦੀ ਰਚਨਾ। ਲੀਡਰ ਬੁੱਕ ਤੇ ਹਿੰਦੁਸਤਾਨ ਇਹਨੇ ਲਿਖੀ ਸੀ। ਆਹ ਤਾਂ ਬਹੁਤ ਜ਼ਿਆਦਾ ਮਹੱਤਵਪੂਰਨ, ਤਾਂ ਜਮੀ ਨਹੀਂ ਭੁੱਲਣਾ। ਇਸ ਤੋਂ ਬਾਅਦ ਇੰਡੀਪੈਂਡੈਂਟ, ਆਪਰੇਸ਼ਨ ਦੇ ਵੀ ਫੁੱਲ ਚਾਂਸ ਆਉਂਦੇ। ਇੰਡੀਪੈਂਡੈਂਟ ਆਜ਼ਾਦ ਜਾਂ ਆਜ਼ਾਦੀ, ਠੀਕ ਹੈ। ਇਹ ਬੁੱਕ ਕਿਹਨੇ ਲਿਖੀ ਸੀ? ਇਹ ਲਿਖੀ ਸੀ ਜਵਾਹਰ ਲਾਲ ਨਹਿਰੂ ਜੀ ਨੇ, ਜਵਾਹਰ ਲਾਲ ਨਹਿਰੂ ਜੀ ਨੇ ਲਿਖੀ ਸੀ, ਠੀਕ ਹੈ ਜੀ। ਇਸ ਤੋਂ ਬਾਅਦ ਬੰਗਾਲੀ ਇੱਕ ਬੁੱਕ ਹੈਗੀ, ਇੱਕ ਬੁੱਕ ਦਾ ਨਾਮ ਹੈਗਾ ਜੀ ਬੰਗਾਲੀ, ਇੱਕ ਦਾ ਹੈਗਾ ਇਹ ਨੇਸ਼ਨ ਇਨ ਮੇਕਿੰਗ। ਇਹ ਕਿਹਨੇ ਲਿਖੀ ਸੀ? ਇਹ ਲਿਖੀ ਸੀ ਸੁਰਿੰਦਰ ਨਾਥ ਬੈਨਰਜੀ, ਠੀਕ ਹੈ ਜੀ। ਸੁਰਿੰਦਰ ਨਾਥ ਬੈਨਰਜੀ ਨੇ ਕਿਹੜੀ ਬੁੱਕ ਲਿਖੀ ਸੀ? ਬੰਗਾਲੀ। ਅਤੇ ਇਹ ਨੇਸ਼ਨ ਇਜ਼ ਮੇਕਿੰਗ। ਦੇਖੋ, ਜਿਵੇਂ ਜਵਾਹਰ ਲਾਲ ਨਹਿਰੂ ਹੋ ਗਿਆ, ਇਹਦੀ ਬੁੱਕ ਨਹੀਂ ਭੁੱਲਣੀ। ਗੰਗਾਧਰ ਤਿਲਕ ਹੋ ਗਿਆ, ਇਹਦੀ ਬੁੱਕ ਨਹੀਂ ਭੁੱਲਣੀ, ਠੀਕ ਹੈ। ਇੱਕ ਹੋ ਗਿਆ ਆਪਣਾ ਗਾਂਧੀ। ਇਹਨਾਂ ਦੇ ਤਿੰਨਾਂ ਦੀਆਂ ਬੁੱਕਾਂ ਦਾ ਖਾਸ ਕਰਕੇ ਯਾਦ ਰੱਖਣੀਆਂ ਤਾਂ ਸਾਰੀਆਂ ਹੀ ਹੈ, ਅਤੇ ਆਹ ਤਾਂ ਮੇਨ ਤੁਸੀਂ ਦਿਮਾਗ 'ਚ ਬਿਠਾ ਕੇ ਰੱਖ ਲਓ। ਜਿਵੇਂ ਗਾਂਧੀ ਜੀ ਦਾ ਬੁੱਕਾਂ ਆ ਗਿਆ, ਦੇਖੋ, ਜੰਗ ਇੰਡੀਆ, ਨਵਜੀਵਨ, ਇਹ ਦੋਨੇ ਇੱਕੋ ਹੀ ਬੁੱਕ ਹੈਗੀਆਂ। ਇੱਕ ਇੰਗਲਿਸ਼ ਦੇ ਵਿੱਚ ਹੈ, ਇੱਕ ਬੰਗਾਲੀ ਭਾਸ਼ਾ ਦੇ ਵਿੱਚ ਹੈ। ਹਰੀਜਨ, ਹਿੰਦ ਸਵਰਾਜ, ਮਾਈ ਐਕਸਪੈਰੀਮੈਂਟ ਵਿਦ ਟਰੱਥ। ਆਪਰੇਸ਼ਨ ਤਾਂ ਇੰਨੇ ਵਾਰੀ ਪੁੱਛਿਆ ਗਿਆ ਬੁੱਕ ਦੇ ਵਿੱਚ, ਆਹ ਬੁੱਕ ਤਾਂ ਇੰਨੇ ਵਾਰੀ ਪੁੱਛੀ ਗਈ, ਤੁਸੀਂ ਐਂ ਸਮਝ ਲਓ ਕਿ ਜੇ 10 ਪੇਪਰ ਹੁੰਦੇ ਨਾ, 10 ਪੇਪਰਾਂ ਦੇ ਵਿੱਚ 7 ਪੇਪਰਾਂ ਦੇ ਵਿੱਚ ਤੁਹਾਨੂੰ ਦਾ ਮਾਈ ਐਕਸਪੈਰੀਮੈਂਟ ਵਿਦ ਟਰੱਥ ਤਾਂ ਮਿਲੂਗੀ ਹੀ ਮਿਲੂਗੀ। ਜੰਗ ਇੰਡੀਆ, ਹਰੀਜਨ, ਨਵਜੀਵਨ, ਹਿੰਦ ਸਵਰਾਜ, ਮਾਈ ਐਕਸਪੈਰੀਮੈਂਟ ਵਿਦ ਟਰੱਥ। ਜੇ ਤੁਸੀਂ ਕਿਤੋਂ ਵੀ ਕੱਢ ਕੇ ਦੇਖੋ ਨਾ, ਘੱਟੋ ਘੱਟ 100 ਬੁੱਕਸ ਬਣ ਜੂਗੀ। ਸਿਰਫ ਆਪਾਂ ਮਹੱਤਵਪੂਰਨ ਲੈ ਕੇ ਆਏ, ਅਤੇ ਇਹਨਾਂ ਦੇ ਵਿੱਚ ਨਾ ਇਹਨਾਂ ਨੂੰ ਸਕਿੱਪ ਕਰਨ ਦੀ ਕੋਸ਼ਿਸ਼ ਨਾ ਕਰਿਓ, ਠੀਕ ਹੈ। ਅਤੇ ਧਿਆਨ ਨਾਲ ਪੜ੍ਹ ਲਓ। ਇੱਕ ਚੀਜ਼ ਆਪਾਂ ਤਾਂ ਡਿਸਕਸ ਕਰਕੇ ਚੱਲ ਰਹੇ ਹਾਂ ਅੱਗੇ ਕਿ ਤੁਹਾਡੇ ਦਿਮਾਗ ਦੇ ਵਿੱਚ ਗੱਲ ਪੈ ਜੇ, ਠੀਕ ਹੈ। 3-4 ਲੈਕਚਰ ਹੈਗੇ ਇਹਦੇ, 3-4 ਲੈਕਚਰ ਦੇ ਕੇ ਆਪਣੀ ਹਿਸਟਰੀ ਬਿਲਕੁਲ ਕੰਪਲੀਟ ਹੋ ਜੂਗੀ। ਬਾਅਦ ਵਿੱਚ ਆਪਾਂ ਕੀ ਕਰਿਆ ਕਰਾਂਗੇ? MCQ ਦੇ ਟੈਸਟ ਪਾਇਆ ਕਰਾਂਗੇ। ਜਿਹੜੇ ਪ੍ਰਸ਼ਨ ਕੋਈ ਮਾੜੇ ਮੋਟੇ ਰਹਿ ਗਏ ਹੋਣਗੇ ਇਹਨਾਂ ਦੇ ਵਿੱਚੋਂ, ਜਦੋਂ ਆਪਾਂ ਟੈਸਟ ਲਿਆ ਕਰਾਂਗੇ ਤਾਂ ਉਹਦੇ ਵਿੱਚ ਆਪਾਂ ਕਵਰ ਕਰ ਲਿਆ ਕਰਾਂਗੇ ਉਹ, ਠੀਕ ਹੈ ਜੀ। ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਜੀ ਕਾਮਨਵੈਲਥ ਅਤੇ ਨਿਊ ਇੰਡੀਆ। ਕਾਮਨਵੈਲਥ ਅਤੇ ਨਿਊ ਇੰਡੀਆ ਬੁੱਕਾਂ ਵੀ ਪੁੱਛੀਆਂ ਗਈਆਂ ਪਿਛਲੇ ਪੇਪਰਾਂ ਦੇ ਵਿੱਚ। ਇਹ ਕਿਹਨੇ ਲਿਖੀ ਸੀ ਜੀ? ਐਨੀ ਬਸੈਂਟ ਨੇ। ਹੁਣ ਐਨੀ ਬਸੈਂਟ ਦੀ ਗੱਲ ਆ ਗਈ। ਐਨੀ ਬਸੈਂਟ 1917 ਦੇ ਵਿੱਚ INC ਦੀ ਪਹਿਲੀ ਐਂਗਲੋ ਇੰਡੀਅਨ ਸੀ। ਐਂਗਲੋ ਇੰਡੀਅਨ ਕੀ ਹੁੰਦਾ? ਜਿਹਦਾ ਸੰਬੰਧ ਬਾਹਰਲੇ ਦੇਸ਼ ਦੇ ਨਾਲ ਹੋਵੇ, ਵਲੈਤ ਨਾਲ ਹੋਵੇ, ਵਿਦੇਸ਼ ਨਾਲ ਹੋਵੇ, ਉਹ ਆਪਾਂ ਐਂਗਲੋ ਇੰਡੀਅਨ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ। ਅਤੇ ਐਨੀ ਬਸੈਂਟ ਨੇ ਇੱਕ ਤਾਂ 1917 ਵਿੱਚ INC ਦੀ ਪਹਿਲੀ ਮਹਿਲਾ ਸੀ, ਠੀਕ ਹੈ। ਜੇ ਇੰਡੀਅਨ ਮਹਿਲਾ ਪੁੱਛ ਲਈ, ਪਹਿਲੀ ਇੰਡੀਅਨ ਮਹਿਲਾ ਕੌਣ ਸੀ ਪ੍ਰਧਾਨ INC ਦੀ? ਉਹ ਤਾਂ ਹੈਗੀ ਸੀ ਸਰੋਜਨੀ ਨਾਇਡੂ, ਅਤੇ ਪਹਿਲੀ ਗਵਰਨਰ ਵੀ ਆਪਣੀ ਇਹੀ ਸੀ ਸਰੋਜਨੀ ਨਾਇਡੂ। ਅਤੇ ਇੱਕ ਐਨੀ ਬਸੈਂਟ ਨੇ ਹੋਰ ਕਿਹੜੀ ਸੰਸਥਾ ਚਲਾਈ ਸੀ? ਇੱਕ ਨੇ ਚਲਾਈ ਸੀ ਹੋਮ ਰੂਲ ਲੀਗ। ਕਿਹਦੇ ਨਾਲ ਮਿਲ ਕੇ ਚਲਾਈ ਸੀ? ਕ੍ਰਿਸ਼ਨ ਗੋਖਲੇ ਨਾਲ। ਉਹ ਲੀਗ ਸੀ ਇਹਨਾਂ ਦੀ ਜਿਹੜੀ ਪਾਸ ਨਹੀਂ ਹੋ ਸਕੀ, ਫੇਲ ਹੋ ਗਈ ਸੀ ਥੋੜ੍ਹੇ ਜਿਹੇ ਟਾਈਮ ਬਾਅਦ, ਕਿਉਂਕਿ ਉਹ ਆਪਣਾ
ਕ੍ਰਿਸ਼ਨ ਗੋਖਲੇ ਤਾਂ ਉੱਥੇ ਉੱਡ ਗਿਆ ਸੀ, ਬਾਲ ਗੰਗਾਧਰ ਤਿਲਕ ਨਾਲ ਮਿਲ ਕੇ ਚਲਾਈ ਸੀ, ਪਰ ਉਹ ਤਾਂ ਆਸੇ ਪਾਸੇ ਉੱਡ ਗਿਆ ਸੀ। ਜੇ ਬਸ ਤੁਸੀਂ ਸਿੱਧੇ ਯਾਦ ਕਰੋ, ਹੋਮ ਰੂਲ ਲੀਗ ਇਹਨਾਂ ਨੇ ਚਲਾਈ ਸੀ, ਠੀਕ ਹੈ ਜੀ। ਐਨੀ ਬਸੈਂਟ ਨੇ ਚਲਾਈ ਸੀ ਹੋਮ ਰੂਲ ਲੀਗ, ਠੀਕ ਹੈ। ਨਿਊ ਇੰਡੀਆ ਵੀ ਇਹਦੀ ਹੈ ਅਤੇ ਕਾਮਨਵੈਲਥ ਵੀ ਇਹਦੀ ਰਚਨਾ। ਇਸ ਤੋਂ ਬਾਅਦ ਇੰਡੀਆ ਡਿਵਾਈਡਡ, ਇਹ ਪੋਜੀਸ਼ਨ ਵੀ ਬਹੁਤ ਜ਼ਿਆਦਾ ਮਹੱਤਵਪੂਰਨ। ਇੰਡੀਆ ਡਿਵਾਈਡਡ ਡਾਇਰੈਕਟ ਪੁੱਛੀ ਜਾ ਸਕਦੀ ਹੈ। ਡਾਕਟਰ ਰਜਿੰਦਰ ਪ੍ਰਸਾਦ। ਹੁਣ ਅੱਧੇ ਮੈਨੂੰ ਬੱਚੇ ਦੱਸ ਦਿਓ ਕਿ ਰਜਿੰਦਰ ਪ੍ਰਸਾਦ ਪਹਿਲਾਂ ਕੀ ਸੀ, ਪਹਿਲਾ ਰਾਸ਼ਟਰਪਤੀ ਸੀ ਜਾਂ ਪਹਿਲਾ ਵਾਈਸ ਰਾਸ਼ਟਰਪਤੀ ਸੀ, ਉਹ ਤੁਸੀਂ ਦੱਸਣਾ ਗਾ, ਠੀਕ ਹੈ। ਉਪ ਰਾਸ਼ਟਰਪਤੀ ਸੀ ਕਿ ਰਾਸ਼ਟਰਪਤੀ ਸੀ। ਇਸ ਤੋਂ ਬਾਅਦ ਅਨਹੈਪੀ ਇੰਡੀਆ ਬੁੱਕ ਲਿਖੀ ਸੀ ਕਿ ਨਹੀਂ ਲਿਖੀ ਸੀ, ਲਿਖੀ ਸੀ ਲਾਲਾ ਲਾਜਪਤ ਰਾਏ ਨੇ। ਜਦੋਂ ਹੁਣ ਲਾਲਾ ਲਾਜਪਤ ਰਾਏ ਆ ਗਿਆ, ਲਾਲਾ ਲਾਜਪਤ ਰਾਏ ਦੇ ਰਿਲੇਟਡ ਪਿਛਲੀਆਂ ਚੀਜ਼ਾਂ ਚੱਕ ਲਓ। ਨਾਰਾ ਕਿਹੜਾ ਦਿੱਤਾ ਸੀ, ਸਾਈਮਨ ਕਮਿਸ਼ਨ ਵਾਪਸ ਜਾਓ। ਇੱਕ ਇਹਨਾਂ ਨੇ ਨਾਰਾ ਕਿਹੜਾ ਦਿੱਤਾ ਸੀ ਕਿ ਮੇਰੀ ਲਾਠੀ 'ਤੇ ਜਿਹੜਾ ਇੱਕ ਪਹਾੜ ਮਾਰਿਆ ਇਹਨਾਂ ਨੇ, ਉਹ ਆ ਜਿਹੜਾ ਉਹ ਅੰਗਰੇਜ਼ੀ ਤਾਬੂਤ ਦੇ ਵਿੱਚ ਕਿੱਲ ਦੀ ਤਰ੍ਹਾਂ ਸਾਬਤ ਹੋਊਗਾ, ਠੀਕ ਹੈ। ਮਗਲੀਆਂ ਚੀਜ਼ਾਂ ਵੀ ਨਾਲ ਚੱਕ ਲਿਆ ਕਰੋ। ਇੰਡੀਆ ਵਿਨਸ ਫਰੀਡਮ, ਇੰਡੀਆ ਵਿਨ ਫਰੀਡਮ, ਠੀਕ ਹੈ। ਇੰਡੀਆ ਇੱਕ ਦਿਨ ਆਜ਼ਾਦੀ ਜਿੱਤੂਗਾ, ਇਹ ਕਿਹਨੇ ਕਿਹਾ ਸੀ, ਇਹ ਕਿਹਾ ਸੀ ਅਬਦੁਲ ਕਲਾਮ ਆਜ਼ਾਦ ਨੇ। ਆਜ਼ਾਦ ਅਤੇ ਫਰੀਡਮ ਇੱਕ ਹੀ ਮਤਲਬ ਹੁੰਦਾ, ਆਜ਼ਾਦ ਅਤੇ ਫਰੀਡਮ ਦਾ, ਠੀਕ ਹੈ। ਅਤੇ ਇੱਕ ਮੈਨੂੰ ਇਹ ਦੱਸ ਦਿਓ ਕਿ INC ਦੇ ਪ੍ਰੈਜ਼ੀਡੈਂਟ ਰਹੇ ਆ ਸਭ ਤੋਂ ਲੰਬੇ ਸਮੇਂ ਤੱਕ ਅਤੇ ਸਭ ਤੋਂ ਯੰਗੈਸਟ ਨੌਜਵਾਨ ਪ੍ਰੈਜ਼ੀਡੈਂਟ ਵੀ ਕੌਣ ਸੀ, ਅਬਦੁਲ ਕਲਾਮ ਜੀ। ਅਤੇ ਪਹਿਲੇ ਰਾਸ਼ਟਰਪਤੀ ਵੀ ਇਹ ਬਣੇ ਸੀ ਜਿਨ੍ਹਾਂ ਦਾ ਸੰਬੰਧ ਸਾਇੰਸ ਨਾਲ ਸੀ। ਇਹਨਾਂ ਦਾ ਸੰਬੰਧ ਪੋਲੀਟੀ ਨਾਲ ਕਦੇ ਵੀ ਨਹੀਂ ਸੀ, ਇਹਨਾਂ ਦਾ ਸੰਬੰਧ ਸਾਇੰਸ ਨਾਲ ਸੀ। ਪਹਿਲੇ ਰਾਸ਼ਟਰਪਤੀ ਹੈ ਇਹ, ਅਤੇ ਬਹੁਤ ਹੀ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਟਰਗਲ ਕਰਕੇ ਇੱਥੋਂ ਤੱਕ ਪਹੁੰਚੇ ਸੀ। ਇਸ ਤੋਂ ਬਾਅਦ ਡਿਸਕਵਰੀ ਆਫ ਇੰਡੀਆ, ਆਹ ਤਾਂ ਬੁੱਕ ਜਿਵੇਂ ਮਾਈ ਐਕਸਪੈਰੀਮੈਂਟ ਵਿੱਚ ਤੱਥ ਤਾਂ ਉਵੇਂ ਜਿਵੇਂ ਡਿਸਕਵਰੀ ਆਫ ਇੰਡੀਆ ਤਾਂ ਪੱਕੀ ਪੁੱਛੀ ਜਾਂਦੀ ਹੁੰਦੀ। ਅਤੇ ਮੇਰੀ ਕਹਾਣੀ ਤਾਂ ਹਜੇ ਤੱਕ ਬਹੁਤ ਵਾਰੀ ਘੱਟ ਪੁੱਛੀ ਗਈ, ਪਰ ਡਿਸਕਵਰੀ ਆਫ ਇੰਡੀਆ ਬਹੁਤ ਵਾਰੀ ਪੁੱਛੀ ਗਈ ਹੈ। ਕਿਹਦੀ ਰਚਨਾ ਜੀ ਇਹ ਰਚਨਾ ਹੈਗੀ ਆਪਣੇ ਜਵਾਹਰ ਲਾਲ ਨਹਿਰੂ ਜੀ ਦੀ, ਠੀਕ ਹੈ। ਹੁਣ ਜਵਾਹਰ ਲਾਲ ਨਹਿਰੂ ਨੂੰ ਫਿਰ ਰਿਪੀਟ ਕਰ ਲਓ ਕਿ ਜਵਾਹਰ ਲਾਲ ਨਹਿਰੂ ਨੇ ਹੋਰ ਕਿਹੜੀ ਬੁੱਕ ਲਿਖੀ ਆ, ਜਵਾਹਰ ਲਾਲ ਨਹਿਰੂ ਨੇ ਕਿਹੜਾ ਨਾਰਾ ਦਿੱਤਾ ਸੀ, ਜਵਾਹਰ ਲਾਲ ਨਹਿਰੂ ਨੇ ਕਦੋਂ ਪੂਰਨ ਸਵਰਾਜ ਦੀ ਮੰਗ ਕੀਤੀ ਸੀ, ਠੀਕ ਹੈ। ਉਹ ਸਾਰੀਆਂ ਚੀਜ਼ਾਂ ਯਾਦ ਰੱਖ ਲਓ। ਇਸ ਤੋਂ ਬਾਅਦ ਇੰਡੀਅਨ ਸਟਰਗਲ ਕਿਹਦੀ ਰਚਨਾ ਬੱਚਿਓ, ਇੰਡੀਅਨ ਸਟਰਗਲ ਕਿਹਨੇ ਬੁੱਕ ਲਿਖੀ ਸੀ, ਇਹ ਲਿਖੀ ਸੀ ਸੁਭਾਸ਼ ਚੰਦਰ ਬੋਸ ਨੇ, ਜਿਨ੍ਹਾਂ ਨੇ INC ਦੇ ਪਦ ਤੋਂ ਕੀ ਦਿੱਤਾ ਸੀ, ਅਸਤੀਫਾ ਦਿੱਤਾ ਸੀ। ਪਹਿਲੇ ਬੰਦੇ ਆ ਜਿਨ੍ਹਾਂ ਨੇ INC ਦੇ ਪਦ ਤੋਂ ਅਸਤੀਫਾ ਦਿੱਤਾ ਸੀ, ਠੀਕ ਹੈ ਜੀ। ਇਸ ਤੋਂ ਬਾਅਦ ਇੰਡੀਅਨ ਅਨਰੈਸਟ ਪ੍ਰਸ਼ਨ ਪੁੱਛਿਆ ਜਾਊਗਾ। ਇੰਡੀਆ ਅਨਰੈਸਟ ਬੁੱਕ ਕਿਸ ਦੀ ਰਚਨਾ ਹੈ, ਇਹ ਹੈਗੀ ਹੈ ਸਰ ਸਿਰਾਲ ਦੀ, ਠੀਕ ਹੈ ਜੀ। ਨੀਲ ਦਰਪਣ, ਦੇਖੋ ਨੀਲ ਦਰਪਣ ਨੂੰ ਕਿਵੇਂ ਯਾਦ ਕਰੋਗੇ ਆਪਾਂ, ਡਾਇਰੈਕਟ ਯਾਦ ਕਰ ਲਓ। ਨੀਲ ਦਰਪਣ ਨੂੰ ਯਾਦ ਕਿਹਨੇ ਲਿਖੀ ਸੀ, ਨੀਲ ਦਰਪਣ ਇਹ ਲਿਖੀ ਸੀ ਦੀਨ ਬੰਧੂ ਨੇ। ਇਸ ਤੋਂ ਬਾਅਦ ਨੇਸ਼ਨ ਬੁੱਕ ਕਿਹਨੇ ਲਿਖੀ ਸੀ, ਬੁੱਕ ਲਿਖੀ ਸੀ, ਬੁੱਕ ਸੀ ਨਾ ਉੱਤੇ ਲਿਖਿਆ ਵਾ ਸੀ ਨੇਸ਼ਨ, ਕਿਹਨੇ ਲਿਖੀ ਸੀ ਇਹ ਬੁੱਕ, ਇਹ ਲਿਖੀ ਸੀ ਗੋਪਾਲ ਕ੍ਰਿਸ਼ਨ ਗੋਖਲੇ। ਕਿਹਦੇ ਪੋਲੀਟੀਕਲ ਗੁਰੂ ਸੀ, ਤੁਸੀਂ ਦੱਸਣਾ ਹੈਗਾ। ਇਹ ਹੈਗੇ ਸੀ ਜੀ ਗਾਂਧੀ ਜੀ ਦੇ ਪੋਲੀਟੀਕਲ ਗੁਰੂ। ਇਸ ਤੋਂ ਬਾਅਦ ਸੋਮ ਪ੍ਰਕਾਸ਼ ਬੁੱਕ, ਇਹ ਪ੍ਰਸ਼ਨ ਪਿਛਲੇ 1-2 ਪੇਪਰਾਂ 'ਚ ਪੁੱਛੀ ਗਈ ਹੈ। ਸੋਮ ਪ੍ਰਕਾਸ਼ ਬੁੱਕ, ਇਹ ਸੋਮ ਪ੍ਰਕਾਸ਼ ਬੁੱਕ ਹੈ, ਇਹ ਲਿਖੀ ਹੈ ਜੀ ਈਸ਼ਵਰ ਚੰਦਰ ਵਿਦਿਆਸਾਗਰ, ਓਕੇ ਜੀ। ਇਸ ਤੋਂ ਬਾਅਦ ਬੁੱਕ ਆ ਗਈ ਜੀ ਦਾ ਰੈਵੂਨੇਸ਼ਰੀ, ਇਹ ਬੁੱਕ ਕਿਹਦੀ ਲਿਖੀ ਹੋਈ ਹੈ ਜੀ, ਦਾ ਰੈਵੂਨੇਸ਼ਰੀ, ਇਹ ਬੁੱਕ ਲਿਖੀ ਹੋਈ ਹੈ ਜੀ ਆਪਣੇ ਸਚਿੰਦਰ ਨਾਥ ਦੀ, ਓਕੇ ਜੀ। ਕਿਹਦੀ ਲਿਖੀ ਹੋਈ ਹੈ, ਸਚਿੰਦਰ ਨਾਥ ਦੀ, ਠੀਕ ਹੈ ਜੀ। ਅੱਜ ਦਾ ਲੈਕਚਰ ਆਪਣੇ 'ਤੇ ਖਤਮ ਹੋ ਗਿਆ। ਇਹ ਤੁਸੀਂ ਇੱਕ ਵਾਰੀ ਧਿਆਨ ਨਾਲ ਸਾਰਾ ਲੈਕਚਰ ਲਾਉਣਾ ਗਾ, ਕੋਈ ਵੀ ਚੀਜ਼ 'ਚ ਮਿਸ ਨਹੀਂ ਕਰਨੀ, ਠੀਕ ਹੈ। ਅਤੇ ਆਪਾਂ ਹੌਲੀ ਨਿਬੇੜ ਦਾਂਗੇ ਪੇਪਰ, ਬਸ 4 ਦਿਨਾਂ ਦੇ ਵਿੱਚ ਬੱਚੋ ਆਪਾਂ ਇਹ ਚੀਜ਼ ਨਿਬੇੜ ਦੇਣੀ ਹੈ। 4 ਦਿਨਾਂ ਦੇ ਵਿੱਚ ਆਪਾਂ ਇਹ ਹਿਸਟਰੀ ਆਪਣੀ ਸਾਰੀ ਕਵਰ ਹੋ ਜੂਗੀ। ਇਸ ਤੋਂ ਬਾਅਦ ਆਪਾਂ ਕਰਾਂਗੇ ਪ੍ਰਾਚੀਨ ਹਿਸਟਰੀ ਦੇ ਆਪਾਂ 1 ਵੀਕ ਦੇ ਵਿੱਚ ਪ੍ਰਾਚੀਨ ਹਿਸਟਰੀ ਵੀ ਨਿਬੜ ਜੂਗੀ। ਇਸ ਤੋਂ ਬਾਅਦ ਆਪਾਂ ਛੇੜਾਂਗੇ ਪੋਲੀਟੀ ਤੋਂ ਬਾਅਦ ਜਿਓਗ੍ਰਾਫੀ, ਠੀਕ ਹੈ। ਬਸ ਫਿਰ ਆਪਣਾ ਹਿਸਟਰੀ ਦਾ ਜਿਹੜਾ ਲੇਵਲ ਆ ਜਿਹੜਾ ਇੰਨਾ ਇਹ ਕੰਪਲੀਟ ਹੋ ਜੂਗਾ। ਇਹਦੇ ਆਪਾਂ ਲੈਣ ਲੱਗ ਜਾਂਗੇ ਟੈਸਟ, ਅਤੇ ਜਦੋਂ ਟੈਸਟ ਲੈਣ ਲੱਗੇ ਤੋਂ ਬਾਅਦ ਆਪਾਂ ਕਰ ਲਾਂਗੇ ਸ਼ੁਰੂ ਸਾਇੰਸ, ਠੀਕ ਹੈ ਜੀ। ਅਤੇ ਇੰਨੇ ਯਾਦ ਕਰ ਲਓ, ਪੇਪਰ ਥੋੜ੍ਹਾ 12ਵੀਂ ਬੇਸ 'ਤੇ ਹੋਣਾ ਗਾ। ਅਤੇ ਜਿਹੜੇ ਹਿਸਾਬ 'ਤੇ ਮੇਰਾ ਅੰਦਾਜ਼ਾ ਅਤੇ ਐਕਸਪੀਰੀਅੰਸ ਹੈ, ਪੇਪਰ ਜ਼ਿਆਦਾ ਟਫ ਨਹੀਂ ਹੋਊਗਾ। ਅਤੇ ਤਾਂ ਕਰਕੇ ਜਿਹੜੀ ਆਪਣੀ ਤਿਆਰੀ ਆ ਬਹੁਤ ਹਾਈ ਲੈਵਲ ਦੀ ਹੋ ਰਹੀ ਹੈ ਤਿਆਰੀ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਜਿਹੜੇ ਬੱਚੇ ਪਹਿਲੀ ਵਾਰ ਮੈਥ ਨੂੰ ਵੀ ਅਟੈਂਡ ਕਰ ਰਹੇ ਨਾ, ਮੈਥ ਤੋਂ ਪਹਿਲਾਂ ਬੱਚੇ ਬਹੁਤ ਭਾਲਦੇ ਸੀ, ਹੁਣ ਬਹੁਤ ਦੇ ਮੈਸੇਜ ਆਏ ਕਹਿੰਦੇ ਸਰ ਬਹੁਤ ਵਧੀਆ ਸਾਨੂੰ ਸਮਝ ਆਈ ਜਾਂਦੀ ਹੈ। ਬੱਚੋ ਇੱਕ ਗੱਲ ਯਾਦ ਰੱਖੋ, ਜਿੰਨਾ ਵੀ ਆਪਾਂ ਕਿਸੇ ਚੀਜ਼ ਤੋਂ ਭੱਜਾਂਗੇ ਨਾ ਉਨੀ ਉਹ ਚੀਜ਼ ਆਪਾਂ ਨੂੰ ਭਜਾਊਗੀ। ਇਹ ਗੱਲ ਤੁਸੀਂ ਅੱਜ ਯਾਦ ਰੱਖ ਲਓ, ਜਿੰਨਾ ਚੀਜ਼ ਨੂੰ ਤੁਸੀਂ ਭਜਾਓਗੇ ਉਨੀ ਚੀਜ਼ ਤੁਹਾਡੇ ਮੂਹਰੇ ਭੱਜੂਗੀ, ਠੀਕ ਹੈ। ਉਹ ਹੁਣ ਤੁਹਾਡੇ 'ਤੇ ਗੱਲ ਹੈ, ਤੁਸੀਂ ਮੈਥ ਨੂੰ ਆਪਦੇ ਅੱਗੇ ਲਾਉਣਾ ਤਾਂ ਮੈਥ ਨੇ ਤੁਹਾਨੂੰ ਅੱਗੇ ਲਾਉਣਾ, ਉਹ ਤੁਹਾਡੀ ਡਿਪੈਂਡ ਕਰੂਗਾ ਪ੍ਰੈਕਟਿਸ 'ਤੇ, ਮਿਹਨਤ 'ਤੇ, ਠੀਕ ਹੈ। ਹੁਣ ਦੇਖ ਲਓ ਅੱਧੇ ਬੱਚੇ ਕੀ ਸੀ ਜਿਹਦੇ ਪਹਿਲੇ ਦਿਨ ਉਹਨੇ ਨੰਬਰ ਸਿਸਟਮ ਸ਼ੁਰੂ ਕੀਤਾ ਸੀ, ਠੀਕ ਹੈ ਜੀ। ਜਦੋਂ ਉਹਨੇ ਨੰਬਰ ਸਿਸਟਮ ਸ਼ੁਰੂ ਕੀਤਾ ਸੀ ਉਹਨੂੰ ਡੱਕਾ ਨਹੀਂ ਆਉਂਦਾ ਸੀ, ਅਤੇ ਹੁਣ ਜੇ ਮੇਰੀ ਕੋਈ ਮਾੜੀ ਮੋਟੀ ਵੀ ਗਲਤੀ ਹੋ ਜਾਂਦੀ ਨਾ ਉਹਦੀ ਫੜ ਲੈਂਦੇ ਹੋਗੇ ਸਾਰੇ, ਇੱਥੇ ਤੁਹਾਡੀ ਗਲਤੀ ਹੈ। ਇਹ ਹੁੰਦੀ ਹੈ ਪ੍ਰੈਕਟਿਸ, ਇਹਨੂੰ ਪ੍ਰੈਕਟਿਸ ਕਹਿੰਦੇ ਹੁੰਦੇ ਆ ਕਿ ਮਤਲਬ ਤੁਸੀਂ ਮੱਥਾ ਮਾਰਦੇ ਹੋ, ਹੈ ਨਾ। ਅਤੇ ਵਧੀਆ ਬੱਚੋ ਪੜ੍ਹੋ,
ਠੀਕ ਹੈ ਨਾ। ਅਤੇ ਇੱਕ ਮੇਰੀ ਬੇਨਤੀ ਹੈ ਕਿ ਗਰੁੱਪ ਦੇ ਵਿੱਚ ਨਾ, ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਬੇਨਤੀ ਕੀਤੀ ਕਿ ਗਰੁੱਪ ਦੇ ਵਿੱਚ ਕੋਈ ਵੀ ਬੱਚਾ ਨਾ ਕਿਸੇ ਨੂੰ ਤੰਗ ਨਾ ਕਰੋ ਬਿਨਾਂ ਗੱਲ ਤੋਂ, ਠੀਕ ਹੈ। ਮਿਹਨਤ ਵਾਲੀ ਗੱਲ ਆ ਤੁਹਾਡੇ ਅੱਗੇ। ਅਤੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਆਪਾਂ ਕਿਹੜੀਆਂ ਗੱਲਾਂ ਨਾਲ ਜਾਣੇ ਜਾਂਦੇ ਨੇ, ਪੰਜਾਬੀ ਆਪਾਂ ਕਿਹੜੀਆਂ ਗੱਲਾਂ ਨਾਲ ਜਾਣੇ ਜਾਂਦੇ ਆ, ਉਹ ਗੱਲਾਂ ਯਾਦ ਕਰ ਲਓ। ਆਪਾਂ ਊਧਮ ਸਿੰਘ ਭਗਤ ਸਿੰਘ ਵਰਗਿਆਂ ਦੇ ਵਾਰਸ ਹੈਗੇ, ਠੀਕ ਹੈ। ਊਧਮ ਸਿੰਘ ਭਗਤ ਵਰਗੇ ਸਿੰਘ ਵਰਗੇ ਉਹ ਆਪਾਂ ਵਾਰਸ, ਠੀਕ ਹੈ। ਬਾਬਾ ਬੰਦਾ ਸਿੰਘ ਬਹਾਦਰ ਹੋ ਗਿਆ, ਹਰੀ ਸਿੰਘ ਨਲੂਆ ਹੋ ਗਿਆ, ਠੀਕ ਹੈ। ਬਾਬਾ ਦੀਪ ਸਿੰਘ ਹੋ ਗਿਆ, ਉਹ ਜਿੱਦਾਂ ਬਚਾਉਂਦੇ ਸੀ, ਠੀਕ ਹੈ। ਅਤੇ ਆਪਾਂ ਦਾ ਯਾਰ ਹੁਣ ਉਹੀ ਗੱਲਾਂ, ਆਪਣਾ ਪੰਜਾਬ ਨਾ ਯੂਪੀ ਬਣਿਆ ਪਿਆ ਹਿਸਾਬ 'ਤੇ ਤਾਂ, ਹੈ ਨਾ। ਇਹ ਗੱਲ ਕਰਨ ਨੂੰ ਜੀ ਤਾਂ ਕਰਦਾ ਸੀ, ਆਪਣਾ ਪੰਜਾਬ ਯੂਪੀ ਵਾਲਾ ਹਾਲ ਹੋਇਆ ਪਿਆ ਆਪਣਾ। ਜਿਵੇਂ ਯੂਪੀ ਦੇ ਵਿੱਚ ਕੁੜੀਆਂ ਨੂੰ ਆਸੁਰੱਖਿਅਤ ਮਹਿਸੂਸ ਕਰਦੀਆਂ, ਬਿਨਾਂ ਗੱਲ ਤੋਂ ਕਿਸੇ ਨੂੰ ਤੰਗ ਨਾ ਕਰੋ ਯਾਰ, ਠੀਕ ਹੈ। ਅਤੇ ਜਿਹੜੇ ਵੀ ਬੱਚੇ ਇਹਦੇ ਵਿੱਚ ਐਡ ਹੈ, ਸਾਰੇ ਪੜ੍ਹਾਈ ਆਪਦੇ ਰੁਜ਼ਗਾਰ ਨੂੰ ਫਿਕਰ ਹੈਗੇ, ਸਾਰੇ ਬੱਚਿਆਂ ਦੇ ਰੁਜ਼ਗਾਰ ਦਾ ਫਿਕਰ ਹੈ। ਕਿਉਂਕਿ ਅੱਗੇ ਜਾ ਕੇ ਮਾਹੌਲ ਬੱਚਿਓ ਬਹੁਤ ਜ਼ਿਆਦਾ ਖ਼ਰਾਬ ਹੋ ਜਾਣਾ ਗਾ। ਜਿਹੜੇ ਸਾਡੇ ਸਰਕਾਰਾਂ ਦਾ ਹਾਲ ਹੈ ਨਾ, ਜੇ ਤਾਂ ਕੋਈ ਆ ਗਈ ਚੱਜ ਦੀ ਸਰਕਾਰ, ਠੀਕ ਹੈ, ਫਿਰ ਤਾਂ ਕੁਛ ਬਣ ਜੂਗਾ। ਅਤੇ ਨਹੀਂ, ਸਾਰਾ ਸਿਸਟਮ ਖ਼ਰਾਬ ਹੋਇਆ ਪਿਆ ਗਾ। ਜੇ ਤੁਹਾਨੂੰ ਐਤਕੀ ਨੌਕਰੀ ਮਿਲਦੀ ਹੈ ਲੈ ਲਓ। ਜਿਹੜੀਆਂ ਗੱਲਾਂ ਰਹਿ ਗਈਆਂ ਨੇ, ਕਿਸੇ ਨੂੰ ਮੈਸੇਜ ਕਰ ਲਿਆ, ਆਸ਼ਕੀ ਕਰ ਲਈ, ਇਹ ਚੀਜ਼ਾਂ ਸਾਰੀ ਉਮਰ ਹੀ ਪੰਗਾ ਕੱਢਣ 'ਚ ਕਰਨ 'ਚ ਸਾਰਾ ਕੁਛ ਜਦੋਂ ਮਰਜ਼ੀ ਕਰੀ ਚਲੋ। ਵਿਹਲੇ ਹੋ ਉਦੋਂ ਬਾਅਦ ਆਹ ਪੇਪਰ ਦੇ ਲਓ, ਉਦੋਂ ਬਾਅਦ ਵਿਹਲੇ ਹੋ, ਲੋਕਡਾਊਨ ਖੁੱਲ੍ਹ ਜੂਗਾ। ਅਤੇ ਆਪਦਾ ਚੱਕਿਆ ਕਰੋ ਮੋਟਰਸਾਈਕਲ 'ਤੇ, ਲਾ ਲਿਆ ਕਰੋ ਗੇੜੀਆਂ ਛੇੜੀਆਂ, ਨਾਲੇ ਵਧੀਆ ਜਦੋਂ ਢੂਹੀ 'ਚ ਵੱਜੀਆਂ 10-15 ਮੁੱਕੀਆਂ ਆਸੇ ਪਾਸੇ ਨੂੰ, ਲੱਤਾਂ ਬਾਹਾਂ ਮਾਰੀਆਂ, ਕਿਸੇ ਨੇ ਕੁੱਟਿਆ ਫੜ ਕੇ, ਅਤੇ ਫਿਰ ਉਵੇਂ ਜਿਵੇਂ ਆਦਤ ਪੈ ਜੂਗੀ। ਸਾਡੇ ਵੀ ਇੱਥੇ ਇੱਕ ਹੋਈ ਸੀ ਗੱਲਬਾਤ, ਤੁਹਾਨੂੰ ਦੱਸਦਾ, ਥੋੜ੍ਹੇ ਜਿਹੇ ਦਿਨਾਂ ਦੀ ਗੱਲ ਹੈ। ਇੱਥੇ ਨਾ ਮੁੰਡਾ ਬਰਗਰ ਖਾਈ ਜਾਂਦਾ ਸੀ ਖੜ੍ਹਾ ਰੇਹੜੀ 'ਤੇ, ਅਤੇ ਬਰਗਰ ਖਾਈ ਜਾਂਦਾ ਸੀ, ਅਤੇ ਉਹ ਕਿਸੇ ਨੂੰ ਕੋਈ ਸ਼ਰਾਰਤ ਕਰਕੇ ਆਇਆ ਸੀ, ਅਤੇ ਮੈਂ ਵੀ ਉੱਥੇ ਕੋਲ ਹੀ ਖੜ੍ਹਾ ਸੀ ਪਿੱਛੇ ਥੋੜ੍ਹਾ ਜਿਹਾ। ਅਤੇ ਉਹ ਆਏ 5-7 ਜਣੇ, ਅਤੇ ਉਹਨੂੰ ਆ ਕੇ ਗਰਦ ਕਰਤੀ 2 ਮਿੰਟਾਂ 'ਚ, ਉਹਦੀ ਕੱਪੜੇ ਕੁੱਪੜੇ ਪਾੜਤੇ ਅਤੇ ਵਾਹਵਾ ਕੁੱਟ ਗਏ ਉਹਨੂੰ। ਉਹ ਬੰਦਾ ਇੰਨਾ ਬੇਸ਼ਰਮ ਬੰਦਾ ਮੈਂ ਪਹਿਲੀ ਵਾਰ ਦੇਖਿਆ, ਖਾ ਕੇ ਕੁੱਟ ਨਾ, ਜਦੋਂ ਬਾਗੇ ਕੁੱਟ ਕੇ ਉਹਨੂੰ ਬਰਗਰਾਂ ਨੂੰ ਕਹਿੰਦਾ ਬਈ ਡਬਲ ਟਿੱਕੀ ਕਰਦੇ, ਕਹਿੰਦਾ ਦੇਖੋ ਲੈ, ਪਹਿਲਾਂ ਇੱਕ ਟਿੱਕੀ ਕਰਵਾਈ ਸੀ ਬਰਗਰ ਦੇ ਵਿੱਚ, ਕੁੱਟ ਪੈ ਗਈ, ਫਿਰ ਉਹਨੂੰ ਕਹਿੰਦਾ ਡਬਲ ਟਿੱਕੀ ਕਰਦੇ ਬਾਈ। ਦੇਖੋ ਇੰਨੇ ਬੇਸ਼ਰਮ ਬੰਦੇ ਵੀ ਪਏ ਆ ਵਿੱਚ, ਠੀਕ ਹੈ। ਅਤੇ ਥੋੜ੍ਹੀ ਮੋਟੀ ਆਪਦਾ ਤੁਸੀਂ ਮਰਨਾ ਮੁਲਾਜ਼ਮ ਬੰਦੇ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੋ ਜਾਂਦੀ ਅੱਗੇ ਜਾ ਕੇ, ਠੀਕ ਹੈ। ਆਪਾਂ ਕੋਈ ਚਪੜਾਸੀ ਨਹੀਂ ਹੋਣਾ ਭਰਤੀ, ਆਪਾਂ ਹੋਣਾ ਮੁਲਾਜ਼ਮ ਭਰਤੀ, ਜ਼ਿੰਮੇਵਾਰੀ ਵਾਲਾ ਕੰਮ ਆਗਾ। ਦੇਖੋ ਜਦੋਂ ਤੁਸੀਂ ਕਹਿੰਦੇ ਨੌਕਰੀ ਕਰਾਓਗੇ ਨਾ, ਤੁਹਾਨੂੰ ਗਲਤ ਬੰਦੇ ਵੀ ਮਿਲਣਗੇ, ਸਹੀ ਬੰਦੇ ਵੀ ਮਿਲਣਗੇ। ਉਹ ਤੁਸੀਂ ਦੇਖ ਲਓ ਆਪਣੀ ਨੌਕਰੀ ਕਿਵੇਂ ਬਚਾਉਣੀ ਆ। ਦੇਖਿਆ ਨਹੀਂ ਤੁਸੀਂ ASI ਦਾ ਕੀ ਹਾਲ ਹੋਇਆ, ਠੀਕ ਹੈ। ਅਤੇ ਆਪਦਾ ਵਧੀਆ ਬੱਚੋ ਹਿਸਾਬ ਨਾਲ ਰਹੋ, ਗਰੁੱਪ ਦੇ ਵਿੱਚ ਭੈਣ ਭਰਾ ਵਾਂਗੂ ਰਹੋ, ਠੀਕ ਹੈ। ਕਿਸੇ ਨੇ ਕੋਈ ਗੱਲ, ਕਿਸੇ ਨੂੰ ਮੈਸੇਜ ਨਹੀਂ ਕਰਨਾ ਗਲਤੀ ਨਾਲ। ਜੋਬ ਲੱਗ ਜਾਓ ਇੱਕ ਵਾਰੀ, ਬਾਅਦ 'ਚ ਜੇ ਕੋਈ ਭਾਈ ਬਾਹਲਾ ਔਖਾ ਮੈਨੂੰ ਮੈਸੇਜ ਕਰ ਲਓ, ਮੈਂ ਤੁਹਾਡੇ ਮਾਂ ਪਿਓ ਨਾਲ ਗੱਲ ਕਰਕੇ ਤੁਹਾਡਾ ਰਿਸ਼ਤਾ ਕਰਵਾ ਦਾਂਗੇ ਤੁਹਾਡਾ, ਜੇ ਕੋਈ ਬਾਹਲੇ ਔਖੇ ਹੋ, ਠੀਕ ਹੈ। ਅਤੇ ਹੁਣ ਜਿਹੜਾ ਤੁਹਾਡਾ ਮੇਨ ਕੰਮ ਆ ਉਹ ਹੈਗਾ ਸਟੱਡੀ ਦਾ। ਸਟੱਡੀ ਬੰਦਿਆਂ ਵਾਂਗੂ ਕਰੀ ਚੱਲੋ, ਠੀਕ ਹੈ। ਜੇ ਕਿਸੇ ਚੀਜ਼ ਦੀ ਤੁਹਾਨੂੰ ਨਹੀਂ ਸਮਝ ਆਉਂਦੀ, ਮੈਂ ਹੈਗਾ ਯਾਰ ਤੁਹਾਡੇ ਕੋਲ, ਠੀਕ ਹੈ। ਤੁਹਾਡਾ ਭਰਾ ਸਮਝ ਲਓ, ਕੁਛ ਮਰਜ਼ੀ ਸਮਝ ਲਓ, ਮੈਂ ਤੁਹਾਡੇ ਨਾਲ ਆਂਗਾ। ਜੇ ਤੁਹਾਨੂੰ ਨਹੀਂ ਸਮਝ ਆਉਂਦਾ ਦੱਸੋ, ਠੀਕ ਹੈ। ਤੁਹਾਡੇ ਵਾਸਤੇ ਇੰਨੀ ਮਿਹਨਤ ਕਰੀ ਦੀ ਹੈ ਨਾ, ਤੁਸੀਂ ਵੀ ਚਲੋ ਬਹੁਤ ਵਧੀਆ ਮਿਹਨਤ ਕਰਦੇ ਹੋ, ਅਤੇ ਤੁਸੀਂ ਲੱਗੇ ਰਹੋ ਆਹ ਕੰਮਾਂ ਦੇ ਵਿੱਚ। ਕੁਛ ਨਹੀਂ, ਕਿਸੇ ਨੂੰ ਮੈਸੇਜ ਇੰਨੇ ਟਾਈਮ ਦੇ ਵਿੱਚ, ਜਿੰਨੇ ਟਾਈਮ ਦੇ ਵਿੱਚ ਨੰਬਰ ਭਾਲ ਕੇ ਮੈਸੇਜ ਕਰਦੇ ਹੋ, ਉਨੇ ਟਾਈਮ 'ਚ ਕੋਈ ਫਾਰਮੂਲਾ ਭਾਲ ਲਓ, ਮੈਨੂੰ ਦੱਸ ਰਿਹਾ ਕਰੋ ਸਰ ਜੀ ਅਸੀਂ ਆਹ ਫਾਰਮੂਲਾ ਭਾਲਿਆ ਨਵਾਂ, ਹੈਂ। ਤੁਸੀਂ ਤਾਂ ਹੋਰ ਪਾਸੇ, ਪਰ ਮੈਨੂੰ ਆਈ ਨਹੀਂ ਪਤਾ ਤੁਹਾਨੂੰ ਨੰਬਰ ਭਾਲਦੇ ਕਿਉਂ, ਤੁਸੀਂ ਕਿਹਾ ਕੁੜੀ ਆ ਮੁੰਡਾ, ਮੈਨੂੰ ਤਾਂ ਪਤਾ ਨਹੀਂ ਲੱਗਦਾ, ਠੀਕ ਹੈ ਨਾ। ਅਤੇ ਥੋੜ੍ਹਾ ਮੋਟਾ ਇਹ ਵਹਿਬਤਾਂ ਛੱਡ ਦਿਓ, ਅਤੇ ਪੜ੍ਹਾਈ ਕਰੋ, ਅਤੇ ਆਹ ਗਾਂਧੀ ਗੁੰਦੀ ਵਰਗੇ ਨੂੰ ਵਿਚਾਰਿਆਂ ਨੂੰ ਯਾਦ ਰੱਖ ਲਓ, ਤੁਹਾਨੂੰ ਪਾਸ ਪੂਸ ਕਰਾ ਦੇਣਗੇ ਇਹ, ਠੀਕ ਹੈ। ਅਤੇ ਨਹੀਂ ਫਿਰ ਤੁਹਾਡੇ ਨਾਲ ਉਹੀ ਹੋ ਜਿਵੇਂ ਤੁਹਾਨੂੰ ਦੱਸ ਕੇ ਹਟਾਂ ਡਬਲ ਟਿੱਕੀ ਵਾਲੀ, ਹੈ ਨਾ। ਕੁੱਟ ਖਾ ਕੇ ਕਰਿਆ ਕਰੂਗੀ ਜੀ ਡਬਲ ਟਿੱਕੀ ਕਰਦੇ ਬਰਗਰ ਦੀ ਤਾਕਤ ਵਾਸਤੇ, ਫਿਰ ਅਗਲੇ ਦਿਨ ਵੀ ਕੁੱਟ ਖਾਣੀ ਹੁੰਦੀ ਹੈ। ਅਤੇ ਠੀਕ ਹੈ, ਅਤੇ ਬੰਦਿਆਂ ਕੋਲ ਪੜ੍ਹੀ ਚੱਲੋ ਬੱਚਿਓ। ਅਤੇ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਵੀ ਹਿਸਾਬ 'ਚ, ਮੈਨੂੰ ਮੈਸੇਜ ਕਰ ਲਓ ਟੈਲੀਗ੍ਰਾਮ 'ਤੇ, ਠੀਕ ਹੈ ਜੀ। ਅਤੇ ਹੋਰ ਕੋਈ ਗੱਲਬਾਤ, ਹਾਂ ਜਿਹੜੇ ਬੱਚਿਆਂ ਨੂੰ ਪ੍ਰੋਬਲਮ ਹੈ ਅਤੇ ਮੇਰੀਆਂ ਗੱਲਾਂ ਤੋਂ ਸਕਿੱਪ ਕਰ ਦਿਆ ਕਰੋ, ਅਤੇ ਆਹ ਯਾਦ ਕਰ ਲਓ ਸਾਰਾ। ਅਤੇ ਲਾਈਕ ਅਤੇ ਸਬਸਕ੍ਰਾਈਬ ਕਰ ਦਿਆ ਕਰੋ ਪੁੱਤਰੋ, ਠੀਕ ਹੈ। ਇੱਕ ਦਿਨ ਨਾ ਆਪਾਂ ਥੋੜ੍ਹੇ ਦਿਨ ਵੀ ਤੁਸੀਂ ਆਪਣਾ ਸਿਲੇਬਸ ਜਿਹਾ ਮੁਕਾ ਲਈਏ ਯਾਰ ਹਿਸਟਰੀ ਦਾ। ਇੱਕ ਦਿਨ ਨਾ ਆਪਾਂ ਸ਼ਾਮ ਨੂੰ ਲਾਈਵ ਹੋਵਾਂਗੇ, ਉਹਦੇ ਆਪਾਂ ਸਾਰੇ ਇਕੱਠੇ ਬਹਿ ਕੇ ਗੱਲਾਂ ਕਰਦੇ ਜਿੰਨੇ ਵੀ ਹੈਗੇ ਆਪਾਂ, 13-14 ਹਜ਼ਾਰ ਬੱਚਾ ਜਿੰਨਾ ਵੀ ਆਪਣੇ ਨਾਲ ਐਡ ਹੈਗਾ ਗਾ, ਆਪਾਂ ਨਾ ਰਾਤ ਸ਼ਾਮ ਨੂੰ ਇੱਕ ਦਿਨ ਲਾਈਵ ਹੋਵਾਂਗੇ, ਉਹਦੇ ਆਪਾਂ ਖੁੱਲ੍ਹ ਕੇ ਗੱਲਾਂ ਕਰਾਂਗੇ ਸਾਰੇ, ਠੀਕ ਹੈ। ਮੈਨੂੰ ਪਤਾ ਤੁਸੀਂ ਭਰੇ ਪਏ ਹੋ ਅੰਦਰੋਂ, ਅਤੇ ਉਹਦੇ ਆਪਾਂ ਵਧੀਆ ਹੱਥ ਨੇ ਵਿਹਲਾ ਬੁੱਲਾ ਹੋ ਕੇ ਨਾ, ਮੈਂ ਤਿਆਰ ਤਿਉਰ ਹੋ ਕੇ ਵਧੀਆ ਨਹਾ ਨੂਹ ਕੇ ਕੋਟ ਪੈਂਟ ਪਾ ਕੇ ਗਰਮੀ 'ਚ ਅਤੇ ਬੈਠੂੰਗਾ, ਅਤੇ ਉਹਦੇ ਆਪਾਂ ਗੱਲਾਂ ਬਾਤਾਂ ਕਰਾਂਗੇ, ਠੀਕ ਹੈ। ਅਤੇ ਜਿਉਂਦੇ ਵਾਦੇ ਰਹੋ ਦੋਸਤੋ, ਧੰਨਵਾਦ।